ਝੁੱਗੀ ਝੌਂਪੜੀ ਦੇ ਵਿੱਚ ਇਹ ਲੋਕ ਰਹਿ ਰਹੇ ਸੀ। ਮੈਂ 3 ਸਾਲ ਪਹਿਲਾਂ ਇੱਥੇ ਆਇਆ ਤੇ ਇਹ ਸਾਰੇ ਹੀ ਬੇਹੱਦ ਗਰੀਬੀ ਦੇ ਵਿੱਚ ਦਿਨ ਕੱਟ ਰਹੇ ਸੀਗੇ। ਕਿਸੇ ਕੋਲ ਘਰ ਹੈ ਨਹੀਂ, 250-300 ਪਰਿਵਾਰ ਹੈਗੇ। ਮੈਂ ਇੱਕ ਛੋਟੇ ਜਿਹੇ ਬੱਚੇ ਨੂੰ ਦੇਖਿਆ ਤੇ ਮੈਂ ਉਹਨੂੰ ਇਹ ਸਵਾਲ ਪੁੱਛਿਆ ਵੀ ਤੂੰ ਵੀ ਇੱਥੇ ਰਹਿੰਦਾ? ਕਹਿੰਦਾ ਹਾਂਜੀ ਇੱਥੇ ਰਹਿ ਰਿਹਾ ਮੈਂ। ਕਿੰਨੇ ਭੈਣਾਂ ਭਰਾ? ਕਹਿੰਦਾ 6। ਤੇ ਜਦੋਂ ਮੈਂ ਕਿਹਾ ਘਰ ਦੇਖਿਆ ਤੇ ਇੱਕ ਝੁੱਗੀ ਦੇ ਵਿੱਚ 6 ਬੱਚੇ, ਮਾਂ-ਬਾਪ ਤੇ ਉਹਨਾਂ ਦਾ ਦਾਦਾ ਰਹਿੰਦੇ ਸੀ। ਕੱਖ ਕਾਨੇ ਤੇ ਉੱਪਰ ਤਰਪਾਲ ਪਾਈ ਹੋਈ ਸੀ ਉਹਨਾਂ ਨੇ। ਉਹਨਾਂ ਦੀ ਹਾਲਤ ਦੇਖ ਕੇ ਮੇਰਾ ਦਿਲ ਬੜਾ ਹੀ ਪਿਘਲਿਆ ਤੇ ਫਿਰ ਮੈਂ ਸੋਚਿਆ ਕਿ ਅਸੀਂ ਹੋਰ ਫਜ਼ੂਲ ਖਰਚਿਆਂ ਤੇ ਇੰਨਾ ਪੈਸਾ ਲਾ ਦਿੰਦੇ ਆ ਤੇ ਇੱਥੇ ਮੈਨੂੰ ਕੋਈ ਇਹ ਪੈਸੇ ਇਹਨਾਂ ਦਾ ਘਰ ਬਣਾਉਣ ਨਾਲ ਮੈਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ। ਪਹਿਲੇ 5 ਘਰ ਤੇ ਮੈਂ ਆਪ ਹੀ ਕੋਲ ਪੈਸੇ ਲਾ ਕੇ ਬਣਾਉਂਦਾ ਰਿਹਾ। ਫਿਰ ਮੈਨੂੰ ਕਾਫੀ ਦਾਨੀ ਸੱਜਣਾਂ ਨੇ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਹੈਲਪ ਕੀਤੀ ਹੈ। ਕਦੀ ਸਰਕਾਰ ਤੋਂ ਨਹੀਂ ਕੋਸ਼ਿਸ਼ ਕੀਤੀ ਵੀ ਸਰਕਾਰ ਬਣਾ ਕੇ ਦੇਵੇ ਘਰ? ਕਦੀ ਕੋਈ ਫਾਈਲ ਨਾ ਬਥੇਰਾ ਕੋਸ਼ਿਸ਼ ਕੀਤੀ, ਵੋਟਾਂ ਵੀ ਪਾਈਆਂ, ਕੀ ਪਤਾ ਕੀ ਕੁਛ ਕੀਤਾ, ਕੁਛ ਨਹੀਂ ਉਹਨਾਂ ਨੇ ਸਾਡੇ ਵਾਸਤੇ ਕੀਤਾ। ਲਾਰੇ ਹੀ ਮਿਲੇ ਤੇ ਇਹ ਅਸੀਂ ਸੁਪਨੇ 'ਚ ਵੀ ਨਹੀਂ ਸੋਚਿਆ, ਵੀ ਸੁਪਨਾ ਵੀ ਨਹੀਂ ਦੇਖਿਆ ਵੀ ਇਦਾਂ ਦਾ ਅਸੀਂ ਕਮਰਾ ਬਣਾ ਲਿਆਂਗੇ। ਕਦੀ ਸੁਪਨੇ 'ਚ ਵੀ ਨਹੀਂ ਆਇਆ ਸੀਗਾ ਇਦਾਂ ਦਾ? ਨਾ, ਇਹ ਸੁਪਨੇ 'ਚ ਵੀ ਨਹੀਂ ਸੋਚਿਆ ਸੀ। ਜਿਵੇਂ ਸਾਨੂੰ ਉਹ ਹਕੀਕਤ ਦਿਸਦੀ ਪਈ ਹੈ ਹੁਣ। ਮੇਰੀ ਜਿੰਨੀ ਐਕਸਟਰਾ ਇਨਕਮ ਹੁੰਦੀ ਆ ਉਹ ਮੈਂ ਘਰਾਂ ਤੇ ਹੀ ਲਾ ਦਿੰਦਾ ਹੈਗਾ। ਮੈਂ ਕੋਲ ਨਹੀਂ ਰੱਖਦਾ ਕੋਈ। ਸਾਰਾ ਕੀ ਕਰਨਾ ਹੈਗਾ, ਕਿਹੜਾ ਨਾਲ ਲੈ ਜਾਣਾ ਕੋਈ। ਸਾਡੀ ਕੁੱਲੀ ਨੂੰ ਉੱਥੇ ਅੱਗ ਲੱਗ ਗਈ ਸੀ ਤਾਂ ਫਿਰ ਵਿਚਾਰਿਆਂ ਨੇ ਇਹਨਾਂ ਨੇ ਮਦਦ ਕੀਤੀ ਸਾਡੀ। ਇਹਨਾਂ ਨੇ ਮਕਾਨ ਬਣਾ ਕੇ ਦਿੱਤੇ ਤਾਂ ਹੁਣ ਵਸਦੇ ਅਸੀਂ ਇੱਥੇ। ਇੱਕ ਦਿਲ ਨੂੰ ਸਕੂਨ ਮਿਲਦਾ ਕਿ ਚਾਹੇ ਲੱਖ ਵਾਰੀ ਪਾਠ ਪੂਜਾ ਕਰ ਲਓ ਉਹਨਾਂ ਨਹੀਂ ਮਿਲੇਗਾ ਜਿੰਨਾ ਕਿ ਕਿਸੇ ਦਾ ਘਰ ਬਣਾ ਕੇ ਸਾਨੂੰ ਸਕੂਨ ਮਿਲਦਾ। ਕੁੱਲੀ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਹੈ। 2 ਮੰਜੇ ਲਗਾਏ ਨੇ, ਸਾਰਾ ਕੁਝ ਵਿੱਚ ਹੀ ਹੈ ਔਰ ਤਰਪਾਲਾਂ ਪਾਈਆਂ ਨੇ ਔਰ ਇਸ ਪਾਸੇ ਆ ਕਿਚਨ ਹੈ, ਰਸੋਈ ਹੈ। ਹੁਣ ਇਸ ਘਰ ਦਾ ਬਦਲਿਆ ਹੋਇਆ ਰੂਪ ਵੀ ਤੁਹਾਨੂੰ ਦਿਖਾਊਂਗਾ। ਹੁਣ ਇਹ ਪੱਕਾ ਘਰ ਬਣ ਗਿਆ ਔਰ ਇਹਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਸਤਿ ਸ਼੍ਰੀ ਅਕਾਲ, ਹਮਦਰਦ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਹਰ ਇਨਸਾਨ ਦਾ ਸੁਪਨਾ ਹੁੰਦਾ ਹੈ ਕਿ ਉਸਦਾ ਇੱਕ ਸੋਹਣਾ ਜਿਹਾ ਘਰ ਹੋਵੇ, ਪਰ ਕਈ ਵਾਰ ਹਾਲਾਤ ਤੇ ਮਜਬੂਰੀਆਂ ਅਜਿਹੀਆਂ ਹੁੰਦੀਆਂ ਨੇ ਕਿ ਉਹਨਾਂ ਦਾ ਸੁਪਨਾ ਅਧੂਰਾ ਰਹਿ ਜਾਂਦਾ ਹੈ। ਪਰ ਅੱਜ ਜਿਸ ਸ਼ਖਸ ਦੇ ਨਾਲ ਮੈਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਿਹਾ ਹੈ, ਉਸ ਨੂੰ ਘਰ ਬਣਾਉਣ ਦਾ ਸ਼ੌਂਕ ਹੈ। ਉਸ ਦਾ ਸੁਪਨਾ ਹੈ ਕਿ ਉਹ ਜ਼ਿੰਦਗੀ ਦੇ ਵਿੱਚ ਬਹੁਤ ਸਾਰੇ ਘਰ ਬਣਾਵੇ, ਪਰ ਉਹ ਘਰ ਆਪਣੇ ਦੇ ਲਈ ਨਹੀਂ, ਉਹਨਾਂ ਲੋਕਾਂ ਦੇ ਲਈ ਬਣਾਵੇ ਜਿਹੜੇ ਲੋਕਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਹੁੰਦੀ। ਵਰਿੰਦਰ ਪ੍ਰਹਾਰ ਜੀ ਹੁਸ਼ਿਆਰਪੁਰ ਤੋਂ ਸਾਡੇ ਨਾਲ ਨੇ। ਇੱਕ ਟੀਚਾ ਜ਼ਿੰਦਗੀ ਦੇ ਵਿੱਚ ਮਿੱਥਿਆ ਹੋਇਆ ਇਹਨਾਂ ਨੇ। ਘਰ ਬਣਾ ਕੇ ਦਿੰਦੇ ਨੇ ਉਹਨਾਂ ਲੋਕਾਂ ਨੂੰ ਜਿਹੜੇ ਆਰਥਿਕ ਮੰਦਹਾਲੀ ਦੇ ਨਾਲ ਜੂਝ ਰਹੇ ਹੁੰਦੇ ਆ, ਜਿਨ੍ਹਾਂ ਦੇ ਸਿਰ ਦੇ ਉੱਤੇ ਛੱਤ ਨਹੀਂ ਹੁੰਦੀ। ਪ੍ਰਹਾਰ ਸਾਹਿਬ, ਸਵਾਗਤ ਹੈ ਤੁਹਾਡਾ ਬਹੁਤ ਬਹੁਤ ਹਮਦਰਦ। ਥੈਂਕ ਯੂ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਪ੍ਰਹਾਰ ਸਾਹਿਬ, ਜਿਵੇਂ ਮੈਂ ਕਿਹਾ ਕਿ ਹਰ ਇਨਸਾਨ ਸੁਪਨਾ ਦੇਖਦਾ ਹੈ ਵੀ ਇੱਕ ਮੇਰਾ ਬਹੁਤ ਸੋਹਣਾ ਜਿਹਾ ਘਰ ਹੋਵੇ, ਮੈਂ ਉਸ ਘਰ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਬਹੁਤ ਖੁਸ਼ੀਆਂ ਖੇੜੇ ਦੇ ਨਾਲ ਰਵਾਂ। ਤੁਸੀਂ ਬਹੁਤ ਸਾਰੇ ਘਰ ਬਣਾਉਂਦੇ ਹੋ ਪਰ ਇਹ ਸੁਪਨਾ ਲੋਕਾਂ ਦਾ ਪੂਰਾ ਹੋ ਰਿਹਾ। ਇਹ ਕਿਵੇਂ ਸੁਪਨਾ ਦੇਖਿਆ ਔਰ ਇਹ ਸੁਪਨੇ ਨੂੰ ਸਾਕਾਰ ਕਿਵੇਂ ਕਰ ਰਹੇ ਹੋ? ਦੇਖੋ, ਇਸ ਸਥਾਨ ਤੇ ਹੁਸ਼ਿਆਰਪੁਰ ਦੇ ਨੇੜੇ ਹੀ ਆਏ ਪਿੰਡ ਅੱਜੋਵਾਲ ਤੇ ਇਹ ਝੁੱਗੀ ਝੌਂਪੜੀ ਦੇ ਵਿੱਚ ਲੋਕ ਰਹਿ ਰਹੇ ਸੀ। ਮੈਂ 3 ਸਾਲ ਪਹਿਲਾਂ ਇੱਥੇ ਆਇਆ ਤੇ ਇਹ ਸਾਰੇ ਹੀ ਬੇਹੱਦ ਗਰੀਬੀ ਦੇ ਵਿੱਚ ਦਿਨ ਕੱਟ ਰਹੇ ਸੀਗੇ। ਕਿਸੇ ਕੋਲ ਘਰ ਹੈ ਨਹੀਂ, 250-300 ਪਰਿਵਾਰ ਹੈਗੇ। ਸਿਗਲੀਗਰ ਬਰਾਦਰੀ 'ਚੋਂ ਹੈ ਇਹ ਜ਼ਿਆਦਾ। ਤੇ ਇੱਥੇ ਮੈਂ ਇੱਕ ਛੋਟੇ ਜਿਹੇ ਬੱਚੇ ਨੂੰ ਦੇਖਿਆ ਤੇ ਮੈਂ ਉਹਨੂੰ ਇਹ ਸਵਾਲ ਪੁੱਛਿਆ ਵੀ ਤੂੰ ਵੀ ਇੱਥੇ ਰਹਿੰਦਾ? ਕਹਿੰਦਾ ਹਾਂਜੀ ਇੱਥੇ ਰਹਿ ਰਿਹਾ ਮੈਂ। ਕਿੰਨੇ ਭੈਣਾਂ ਭਰਾ? ਕਹਿੰਦਾ 6। ਤੇ ਜਦੋਂ ਮੈਂ ਕਿਹਾ ਘਰ ਦੇਖਿਆ ਤੇ ਇੱਕ ਝੁੱਗੀ ਦੇ ਵਿੱਚ 6 ਬੱਚੇ, ਮਾਂ-ਬਾਪ ਤੇ ਉਹਨਾਂ ਦਾ ਦਾਦਾ ਰਹਿੰਦੇ ਸੀ। ਕੱਖ ਕਾਨੇ ਤੇ ਉੱਪਰ ਤਰਪਾਲ ਪਾਈ ਹੋਈ ਸੀ ਉਹਨਾਂ ਨੇ। ਤੇ ਉਹਨਾਂ ਦੀ ਹਾਲਤ ਦੇਖ ਕੇ ਮੇਰਾ ਦਿਲ ਬੜਾ ਹੀ ਪਿਘਲਿਆ ਤੇ ਫਿਰ ਮੈਂ ਸੋਚਿਆ ਕਿ ਅਸੀਂ ਹੋਰ ਫਜ਼ੂਲ ਖਰਚਿਆਂ ਤੇ ਇੰਨਾ ਪੈਸਾ ਲਾ ਦਿੰਦੇ ਆ ਤੇ ਇੱਥੇ ਮੈਨੂੰ ਕੋਈ ਇਹ ਪੈਸੇ ਇਹਨਾਂ ਦਾ ਘਰ ਬਣਾਉਣ ਨਾਲ ਮੈਨੂੰ ਕੋਈ ਦੁੱਖ ਨਹੀਂ ਹੋਣਾ ਚਾਹੀਦਾ। ਤੇ ਉਸ ਤੋਂ ਕੋਈ ਕੁਦਰਤ ਵੱਲੋਂ ਮੈਨੂੰ ਆਵਾਜ਼ ਆਈ। ਕੋਈ ਪਲੈਨਡ ਢੰਗ ਨਾਲ ਨਹੀਂ ਮੈਂ ਸ਼ੁਰੂ ਕੀਤਾ ਸੀ। ਫਿਰ ਮੈਂ ਉਹਦਾ ਮਹੀਨੇ ਦੇ ਵਿੱਚ, ਅੱਜ ਤੋਂ 3 ਸਾਲ ਪਹਿਲਾਂ, ਦੀਵਾਲੀ ਵਾਲੇ ਦਿਨ ਉਹਨੂੰ ਘਰ ਬਣਾ ਕੇ ਗਿਫਟ ਦਿੱਤਾ ਸੀ। ਜਿਸ ਤਰ੍ਹਾਂ ਕਿ ਆਪਾਂ ਗਿਫਟ ਦੇਈਦੇ ਕਿਸੇ ਨੂੰ, ਦੀਵਾਲੀ ਵਾਲੇ ਦਿਨ ਮਠਿਆਈ ਦੇ ਦੇਈਦੀ ਆ ਜਾਂ ਡਰਾਈ ਫਰੂਟ ਦੇ ਆਈਦਾ। ਤੇ ਪਰ ਆਪਾਂ ਉਹਨਾਂ ਨੂੰ ਅਸੀਂ ਇੱਕ ਘਰ ਬਣਾ ਕੇ 2 ਕਮਰੇ ਦਾ ਪੱਕਾ ਮਕਾਨ
ਲੈਂਟਰ ਲੂੰਟਰ ਪਾ ਕੇ ਉਸ ਪਰਿਵਾਰ ਨੂੰ ਦਿੱਤਾ ਸੀ, ਜਿੱਥੇ ਉਹ ਹੁਣ ਸੁੱਖੀ ਵਸ ਰਹੇ ਆ। ਇਹ ਬੜੀ ਵੱਡੀ ਗੱਲ ਹੈ। ਸਰਕਾਰਾਂ ਤੋਂ ਬਹੁਤ ਸਾਰੀਆਂ ਸਕੀਮਾਂ ਹੈਗੀਆਂ ਨੇ ਪੱਕੇ ਘਰਾਂ ਦੀਆਂ ਵੀ, ਪਰ ਜੇ ਪੱਕਾ ਘਰ ਬਣਾਉਣਾ ਹੋਵੇ ਤਾਂ ਬੰਦਾ ਮੈਨੂੰ ਲੱਗਦਾ ਅੱਡੀਆਂ ਘਸ ਜਾਂਦੀਆਂ ਦਫ਼ਤਰਾਂ 'ਚ ਗੇੜੇ ਮਾਰ ਕੇ, ਫਾਈਲਾਂ ਚੁੱਕ ਕੇ। ਇਹ ਪ੍ਰੋਜੈਕਟ ਫਿਰ ਜਦੋਂ ਇੱਕ ਘਰ ਬਣਾ ਦਿੱਤਾ ਉਸ ਤੋਂ ਬਾਅਦ ਫਿਰ ਮਨ ਦੇ ਵਿੱਚ ਠਾਣ ਲਿਆ ਵੀ ਹੁਣ ਅੱਗੇ ਵੀ ਇਹੀ ਰੀਤ ਨੂੰ ਤੋਰਨਾ। ਹਾਂਜੀ, ਇੱਕ ਘਰ ਤੋਂ ਬਾਅਦ ਫਿਰ ਇੱਕ ਹੋਰ ਔਰਤ ਆਈ, ਉਹਦਾ ਪਤੀ ਬਿਮਾਰ ਸੀ, ਉੱਠ ਹੀ ਨਹੀਂ ਸਕਦਾ ਸੀ ਬੈੱਡ ਤੋਂ, ਤੇ ਉਹ ਵਿਚਾਰੀ ਆਪਣੇ 3 ਬੱਚੇ ਪਾਲ ਰਹੀ ਸੀ ਦਿਹਾੜੀਆਂ ਕਰਕੇ, ਮਜ਼ਦੂਰੀ ਕਰਕੇ, ਤੇ ਉਹ ਫਿਰ ਉਸ ਦਾ ਬਣਾਇਆ, ਤੇ ਨਾਲ ਉਹਦੇ ਪਤੀ ਲਈ ਇੱਕ ਬਾਥਰੂਮ ਵੀ ਬਣਾ ਕੇ ਦਿੱਤਾ ਕਿਉਂਕਿ ਉਹ ਬਾਹਰ ਨਹੀਂ ਜਾ ਸਕਦਾ ਸੀ। ਤੇ ਉਹ 2 ਨੰਬਰ 'ਤੇ ਫਿਰ ਅਸੀਂ ਸੋਚ ਕੇ ਮੈਂ ਇਹਦੀ ਇੱਕ ਹੋਮ ਫॉर ਦੀ ਹੋਮਲੈਸ ਨਾਮ ਦੀ ਸੰਸਥਾ ਬਣਾ ਲਈ, ਤੇ ਜਿਸ ਦੇ ਹੇਠ ਕਿ ਮੈਂ ਇੱਕ ਪ੍ਰੋਜੈਕਟ ਸ਼ੁਰੂ ਕਰ ਲਿਆ ਰਜਿਸਟਰ ਕਰਾ ਕੇ। ਤੇ ਪਹਿਲੇ 5 ਘਰ ਤੇ ਮੈਂ ਆਪ ਹੀ ਕੋਲ ਪੈਸੇ ਲਾ ਕੇ ਬਣਾਉਂਦਾ ਰਿਹਾ। ਫਿਰ ਮੈਨੂੰ ਕਾਫੀ ਦਾਨੀ ਸੱਜਣਾਂ ਨੇ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਨੇ ਬਹੁਤ ਹੈਲਪ ਕੀਤੀ ਹੈ, ਖਾਸ ਕਰ USA ਤੋਂ, ਚੰਡੀਗੜ੍ਹ ਤੋਂ, ਹੋਰ ਸਾਰੇ ਪਾਸਿਓਂ, ਸਾਰੀਆਂ ਕਮਿਊਨਿਟੀਜ਼ ਦੇ ਲੋਕਾਂ ਨੇ, ਸਾਰੇ ਤਰਫ ਇੱਕ ਫਿਰ ਉਹ ਅੱਗੇ ਆ ਗਏ ਲੋਕ ਇਸ ਕੰਮ ਦੇ ਵਿੱਚ ਹਿੱਸਾ ਪਾਉਣ ਲਈ। ਸਮਾਜ ਸੇਵੀ ਇਹ ਨਹੀਂ ਆਪਾਂ ਕਹਿ ਸਕਦੇ ਵੀ ਹਿੰਦੂ ਆ ਜਾਂ ਸਿੱਖ ਹੈ, ਸਾਰੀ ਤਰ੍ਹਾਂ ਦੇ ਵਿਅਕਤੀਆਂ ਨੇ ਇਸ ਪ੍ਰੋਜੈਕਟ ਦੇ ਵਿੱਚ ਯੋਗਦਾਨ ਪਾਇਆ। ਤੇ ਸਾਹਿਬ ਆਪਾਂ ਗੱਲਾਂ ਬਾਤਾਂ ਹੋਰ ਕਰਾਂਗੇ, ਪਰ ਮੈਂ ਇੱਕ ਵਾਰੀ ਇਹ ਘਰ ਵੀ ਦਿਖਾਉਣਾ ਚਾਹੁੰਦਾ। ਇਹ ਘਰ ਵੀ ਸਿਰਫ ਖਾਨਾ ਪੂਰਤੀ ਨਹੀਂ ਕੀਤੀ ਗਈ। ਜੇ ਸਰਕਾਰ ਤੋਂ ਘਰ ਬਣਵਾਉਣਾ ਹੋਵੇ, ਸਕੀਮਾਂ ਹੈਗੀਆਂ ਨੇ, ਸਰਕਾਰ ਪੈਸੇ ਵੀ ਦਿੰਦੀ ਹੈ, ਯੋਜਨਾਵਾਂ ਚੱਲਦੀਆਂ ਨੇ, ਪਰ ਉਹਦੇ ਵਿੱਚੋਂ ਜੇ ਇਦਾਂ ਦਾ ਘਰ ਬਣਾਉਣਾ ਹੋਵੇ ਤਾਂ ਮੈਨੂੰ ਲੱਗਦਾ ਵੀ ਪਹਿਲਾਂ ਤਾਂ ਬੰਦੇ ਦੇ ਸਾਲ 6 ਮਹੀਨੇ ਦਫ਼ਤਰਾਂ ਦੇ ਗੇੜੇ ਕੱਢ ਕੇ ਸਮਾਂ ਜਿਹੜਾ ਉਹ ਨਿਕਲ ਜਾਂਦਾ। ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰੀ ਥੋੜ੍ਹਾ ਜਿਹਾ ਇਸ ਘਰ ਦੀ ਤਸਵੀਰ ਦਿਖਾ ਦਿਓ। ਪੱਕਾ ਮਕਾਨ ਹੈ, ਪੱਕਾ ਫਰਸ਼ ਪਾ ਕੇ ਦਿੱਤਾ ਹੈ, ਨਾਲ ਕਿਚਨ ਹੈ, ਔਰ ਇਹ ਪਰਿਵਾਰ ਕਹਿੰਦੇ ਬੇਹੱਦ ਗਰੀਬੀ ਦੇ ਨਾਲ ਜੂਝ ਰਿਹਾ ਸੀਗਾ, ਤਾਂ ਉਹਨਾਂ ਦੇ ਨਾਲ ਵੀ ਆਪਾਂ ਕੋਸ਼ਿਸ਼ ਕਰਾਂਗੇ ਗੱਲਬਾਤ ਕਰਨ ਦੀ, ਕਿਉਂਕਿ ਜਿਨ੍ਹਾਂ ਨੂੰ ਇਹ ਸੁੱਖ ਮਿਲਿਆ ਹੈ ਉਹਨਾਂ ਦੇ ਨਾਲ ਗੱਲ ਕਰਨੀ ਵੀ ਜ਼ਰੂਰੀ ਹੈ, ਕਿਉਂਕਿ ਉਹਨਾਂ ਨੂੰ ਆਸ਼ੀਆਨਾ ਮਿਲਿਆ। ਔਰ ਕੀ ਨਾਂ ਭੈਣ ਜੀ ਤੁਹਾਡਾ? ਚੰਦ ਕੌਰ। ਕੀ ਹਾਲਾਤ ਸੀਗੇ ਪਹਿਲਾਂ ਔਰ ਅੱਜ ਪੱਕੇ ਮਕਾਨ ਦੇ ਵਿੱਚ ਗਰੀਬੀ ਸੀ ਸਾਡੇ ਘਰ ਤਾਂ, ਇੱਥੇ ਨਾ ਝੁੱਗੀ ਸੀ, ਬਹੁਤ ਚਾਹੁੰਦਾ ਸੀ, ਬਾਰਿਸ਼ ਆਉਂਦੀ ਸੀ ਨਾ ਤੇ ਝੁੱਗੀ ਸਾਡੀ ਚਾਹੁੰਦੀ ਸੀ, ਬਿਸਤਰੇ ਵੀ ਭੇਜ ਜਾਂਦੇ ਸੀ, ਬੁਰੀ ਹਾਲਤ ਸੀ। ਇਹ ਤਾਂ ਵਿਚਾਰੇ ਨਾ ਨੇ ਮਿਹਰਬਾਨੀ ਕਿਰਪਾ ਕੀਤੀ, ਸਾਨੂੰ ਦੇਖੋ ਗਰੀਬਾਂ ਨੂੰ ਕਿੰਨਾ ਸੋਹਣਾ ਘਰ ਬਣਾ ਕੇ ਦਿੱਤਾ। ਸੱਚਿਆ ਪਾਤਸ਼ਾਹ ਇਹਨਾਂ ਨੂੰ ਸੁੱਖ ਦੇ ਸਾਰੇ। ਇਹ ਕਿੰਨੇ ਪਰਿਵਾਰ ਦੇ ਜੀ ਸੀਗੇ ਉਸ ਝੁੱਗੀ ਦੇ ਵਿੱਚ ਰਹਿੰਦੇ ਸੀਗੇ? 5 ਕੁੜੀਆਂ ਸੀ, ਮੇਰੀ ਇੱਕ ਮੁੰਡਾ। ਅੱਛਾ। ਹਾਂ, ਤੇ 2 ਜੀ ਅਸੀਂ ਆਪ। ਅੱਛਾ, ਇੱਕ ਝੁੱਗੀ ਦੇ ਵਿੱਚ 7-8-9 ਜਣੇ ਜਿਵੇਂ? 8-9 ਜਣੇ ਰਹਿੰਦੇ ਸੀ। ਅੱਛਾ। ਹਾਂਜੀ। ਤਾਂ ਫਿਰ ਕੋਈ ਪੈਸਾ ਪੂਸਾ ਤਾਂ ਨਹੀਂ ਲੱਗਾ ਤੁਹਾਡਾ? ਕੋਈ ਦਿੱਕਤ ਤੇ ਨਹੀਂ? ਨਹੀਂ, ਕੁਛ ਨਹੀਂ, ਸਾਰਾ ਕੁਛ ਨਾ ਨਹੀਂ ਕੀਤਾ ਜੀ। ਅੱਛਾ। ਸਾਡਾ ਕੁਛ ਨਹੀਂ ਲੱਗਿਆ। ਹੁਣ ਤਾਂ ਬਹੁਤ ਸੋਹਣਾ ਹੁਣ ਸੁੱਖ ਮਿਲਦਾ ਇੱਥੇ। ਬਹੁਤ ਸੌਖੇ, ਹਨੇਰੀ ਤੂਫਾਨ ਆਂਦਾ, ਸਾਨੂੰ ਪਤਾ ਹੀ ਨਹੀਂ ਲੱਗਦਾ, ਬਾਰਿਸ਼ 'ਚ ਕਿੰਨਾ ਆਰਾਮ, ਸਾਨੂੰ ਕਿੰਨੀ ਆਰਾਮਦਾਰੀ ਰਹਿੰਦੀ ਸਾਡੇ ਘਰ 'ਚ, ਬੜੀ ਸਾਨੂੰ ਤਰਸੱਲੀ ਹੋ ਗਈ ਹੁਣ। ਅੱਛਾ, ਕਦੀ ਸਰਕਾਰ ਤੋਂ ਨਹੀਂ ਕੋਸ਼ਿਸ਼ ਕੀਤੀ ਵੀ ਸਰਕਾਰ ਬਣਾ ਕੇ ਦੇਵੇ ਘਰ? ਕਦੀ ਕੋਈ ਫਾਈਲ ਨਾ? ਬਥੇਰਾ ਕੋਸ਼ਿਸ਼ ਕੀਤੀ, ਵੋਟਾਂ ਵੀ ਪਾਈਆਂ, ਕੀ ਪਤਾ ਕੀ ਕੁਛ ਕੀਤਾ, ਕੁਛ ਨਹੀਂ ਉਹਨਾਂ ਨੇ ਸਾਡੇ ਵਾਸਤੇ ਕੀਤਾ। ਲਾਰੇ ਮਿਲੇ? ਲਾਰੇ ਮਿਲੇ। ਤੇ ਇਹ ਅਸੀਂ ਸੁਪਨਿਆਂ 'ਚ ਵੀ ਨਹੀਂ ਸੋਚਿਆ, ਵੀ ਸੁਪਨਾ ਵੀ ਨਹੀਂ ਦੇਖਿਆ ਵੀ ਇਦਾਂ ਦਾ ਅਸੀਂ ਕਮਰਾ ਬਣਾ ਲਿਆਂਗੇ। ਅੱਛਾ, ਕਦੀ ਸੁਪਨੇ 'ਚ ਵੀ ਨਹੀਂ ਆਇਆ ਸੀਗਾ ਇਦਾਂ ਦਾ ਘਰ? ਨਾ, ਇਹ ਸੁਪਨੇ 'ਚ ਵੀ ਨਹੀਂ ਸੋਚਿਆ ਸੀ, ਜਿਵੇਂ ਸਾਨੂੰ ਉਹ ਹਕੀਕਤ ਦਿਸਦੀ ਪਈ ਹੈ ਹੁਣ। ਕੀ ਬਾਤ ਹੈ। ਇਹ ਬਹੁਤ ਵੱਡੀ ਗੱਲ ਹੈ। ਕਹਿੰਦੇ ਕਦੇ ਇੱਕ ਇਨਸਾਨ ਸੁਪਨਾ ਦੇਖਦਾ, ਮੈਂ ਸ਼ੁਰੂਆਤ ਦੇ ਵਿੱਚ ਵੀ ਕਿਹਾ ਵੀ ਸੁਪਨਾ ਦੇਖ ਲੈਂਦਾ ਇਨਸਾਨ ਵੀ ਅਸੀਂ ਘਰ ਬਣਾਵਾਂਗੇ, ਇਦਾਂ ਦਾ ਘਰ ਬਣਾਵਾਂਗੇ, ਪਰ ਕਹਿੰਦੇ ਅਸੀਂ ਤਾਂ ਕਦੀ ਸੁਪਨੇ ਦੇ ਵਿੱਚ ਵੀ ਨਹੀਂ ਸੀ ਸੋਚਿਆ ਵੀ ਇਦਾਂ ਦਾ ਘਰ ਮਿਲੇਗਾ ਸਾਨੂੰ। ਬਰਾੜ ਸਾਹਿਬ ਬਹੁਤ ਖੁਸ਼ ਨੇ ਪਰਿਵਾਰ। ਕਿੰਨੇ ਕੁ ਪਰਿਵਾਰਾਂ ਨੂੰ ਇਹ ਖੁਸ਼ੀ ਮਿਲੀ ਹੈ? ਤੁਸੀਂ ਜ਼ਰੀਆ ਬਣੇ ਹੋ। ਹੁਣ ਤੱਕ 64 ਦੇ ਕਰੀਬ ਹੈਗੇ ਜੀ, ਅੱਛਾ, ਜਿਨ੍ਹਾਂ ਨੂੰ ਬਣਾ ਕੇ ਦੇ ਚੁੱਕੇ ਆ। ਹਾਂਜੀ। ਅੱਛਾ, ਅੱਜੋਵਾਲ ਦੇ ਵਿੱਚ ਇਸੇ ਪਿੰਡ ਦੇ? ਇਸ ਪਿੰਡ ਦੇ ਵਿੱਚ 40 ਕੁ ਹੈਗੇ ਆ, ਬਾਕੀ ਹੋਰ ਵੀ ਬਹੁਤ ਲੋੜਵੰਦ ਹੈਗੇ ਆ। ਅਸੀਂ ਪ੍ਰੈਫਰੈਂਸ ਵਿਧਵਾ ਔਰਤਾਂ ਨੂੰ ਦਿੰਦੇ ਆ, ਤੇ ਉਸ ਤੋਂ ਬਾਅਦ ਪਾਜ ਜਿਹੜੇ ਨਹੀਂ ਵਿਅਕਤੀ ਕੰਮ ਕਰ ਸਕਦੇ, ਤੇ ਫਿਰ ਜਿਹੜੇ ਵੱਡੇ ਪਰਿਵਾਰ ਆ ਜਿਨ੍ਹਾਂ ਦੇ 5 6 7 ਬੱਚੇ ਆ, ਤੇ ਉਹ ਇੱਕ ਝੌਂਪੜੀ 'ਚ ਰਹਿੰਦੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਲੋੜ ਹੁੰਦੀ ਹੈ। ਇਹ ਕ੍ਰਾਈਟੇਰੀਆ ਫਿਰ ਕਿਵੇਂ ਰਹਿੰਦਾ ਵੀ ਕਿਵੇਂ ਪਰਿਵਾਰ ਸਿਲੈਕਟ ਕਰਨਾ? ਕੋਈ ਫਾਰਮੈਲਿਟੀ ਵੀ ਕਰਵਾਉਂਦੇ ਆ ਉਸ ਪਰਿਵਾਰ ਤੋਂ? ਕਿਵੇਂ ਉਹ ਫਿਰ ਸਾਰਾ ਚੱਲਦਾ ਸਿਸਟਮ? ਕੋਈ ਫਾਰਮੈਲਿਟੀ ਨਹੀਂ, ਅਸੀਂ ਬਸ ਆਪ ਦੇਖੀਦਾ ਜਿਹੜਾ ਲੋੜਵੰਦ ਹੋਵੇ, ਤੇ ਜ਼ਿਆਦਾ ਲੋੜਵੰਦ ਆ, ਜਿਹੜਾ ਜ਼ਿਆਦਾ ਦੁਖੀ ਆ, ਕਈ ਤਾਂ ਬਿਮਾਰ ਹੀ ਹੈਗੇ ਲੋਕ, ਇਹ ਤੇ ਜਿਹੜੀ ਜ਼ਿਆਦਾ ਅੱਤ ਗਰੀਬੀ 'ਚ ਆ ਉਹਨੂੰ ਪ੍ਰੈਫਰੈਂਸ ਦੇ ਦਈਦੀ ਆ, ਤੇ ਦੂਜਿਆਂ ਨੂੰ ਥੋੜ੍ਹਾ ਜਿਹਾ ਬਾਅਦ ਦੇ ਵਿੱਚ ਕਰ ਦਈਦਾ ਹੈਗਾ। ਹਜ਼ਾਰਾਂ ਹੀ ਲੋਕ ਹਨ ਇੱਥੇ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਬੇਘਰੇ ਹਨ, ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੁਣ ਸਾਡਾ ਮਿਸ਼ਨ ਹੈਗਾ ਵੀ ਹੁਸ਼ਿਆਰਪੁਰ ਦੇ ਏਰੀਏ ਦੇ ਵਿੱਚ 1001 ਘਰ ਬਣਾਉਣ ਦਾ। ਅੱਛਾ। ਤੇ ਉਸ ਨੂੰ ਅਸੀਂ ਹੌਲੀ ਹੌਲੀ ਚੱਲੇ ਆ, ਬਿਨਾਂ ਕਿਸੇ
ਕਾਲ ਤੋਂ ਜਾਂ ਬਿਨਾਂ ਕਿਸੇ ਇਹਦਾ ਕ੍ਰਾਈਟੇਰੀਆ ਜਿਵੇਂ ਮੈਂ ਗੱਲ ਕੀਤੀ ਹੈ ਤਾਂ ਫਿਰ ਕਿੰਨਾ ਕੁ ਬਜਟ ਰੱਖਦੇ ਹੋ ਤੁਸੀਂ, ਕਿਵੇਂ ਫਿਰ ਉਹਨੂੰ ਤਿਆਰ ਕਰਵਾਉਣਾ ਹੁੰਦਾ ਹੈ, ਖੁਦ ਉਹਦੀ ਪੂਰੀ ਦੇਖ ਰੇਖ ਪੈਰਵੀ ਕਰਦੇ ਹੋ? ਹਾਂਜੀ, ਆਪ ਹੀ ਕਰੀਦੀ ਆ ਅਸੀਂ। ਇਹ 1.5-2 ਲੱਖ ਲੱਗ ਜਾਂਦਾ ਹਰ ਇੱਕ ਘਰ ਤੇ ਡਿਪੈਂਡ ਵੀ ਕਿੰਨਾ ਕੁ ਕਈ ਤਾਂ ਡੂੰਘਾਈ ਬਹੁਤ ਹੁੰਦੀ ਹੈ ਉਹਨਾਂ 'ਚ, ਡੂੰਘੀ ਥਾਂ ਤੇ ਹੁੰਦੇ ਆ, ਉਹਨਾਂ ਨੂੰ ਮਿੱਟੀ ਭਰਨ ਨੂੰ ਵੀ ਲੱਗ ਜਾਂਦਾ, ਭਰਤੀ ਪੁਰਤੀ ਪਾਉਣ ਨੂੰ। ਤੇ ਬਾਕੀ ਅਸੀਂ ਇੰਨੇ ਕੁ ਪੈਸੇ ਦੇ ਨਾਲ ਲੇਬਰ ਥੋੜੀ ਆਪ ਵੀ ਕਰ ਲੈਂਦੇ ਆ, ਕਈ ਮਿਸਤਰੀ ਦਾ ਅਸੀਂ ਦੇ ਦੇਈਦਾ ਖਰਚਾ। ਅੱਛਾ ਜੀ। ਤੇ ਉਹਦੇ ਨਾਲ ਥੋੜੇ ਪੈਸੇ ਬਚ ਜਾਂਦੇ ਆ, ਨਹੀਂ ਤਾਂ ਸ਼ਾਇਦ 2.5-3 ਲੱਖ 'ਚ ਇੱਕ ਬਣੇ। ਤੇ ਕੋਸ਼ਿਸ਼ ਕਰਦੇ ਸਾਨੂੰ ਜਿਹੜੇ ਸਪਲਾਇਰ ਹੈਗੇ ਆ ਉਹ ਵੀ, ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਇਹ ਭਲੇ ਦਾ ਕੰਮ ਕਰਦੇ ਆ, ਤਾਂ ਉਹ ਵੀ ਸਾਨੂੰ ਘੱਟ ਰੇਟ ਦੇ ਵਿੱਚ ਇੱਟਾਂ ਦੇ ਦਿੰਦੇ ਆ, ਸੀਮੈਂਟ ਵੀ ਘੱਟ ਰੇਟ 'ਚ ਮਿਲ ਜਾਂਦਾ। ਅੱਛਾ, ਡਿਸਕਾਊਂਟ ਮਿਲ ਜਾਂਦਾ ਤੁਹਾਨੂੰ? ਡਿਸਕਾਊਂਟ ਉਹ ਉਹਨਾਂ 'ਚੋਂ ਵੀ ਦੇ ਦਿੰਦੇ ਆ। ਆ ਕੇ ਇੱਕ ਹੋਰ ਘਰ ਨਵਾਂ ਬਣਿਆ ਆਪਾਂ ਦੇਖ ਰਹੇ ਹਾਂ, ਇਹ ਵੀ ਇਹ ਸ਼ਿਕਲੀਗਰ ਪਰਿਵਾਰ ਨੇ ਜੀ, ਕਦੋਂ ਤੋਂ ਰਹਿ ਰਹੇ ਨੇ ਇੱਥੇ? ਸਿਕਲੀਗਰ ਪਰਿਵਾਰ ਇਹ ਪੰਜਾਬ ਵਿੱਚ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਜੀ ਵੇਲੇ ਆਏ ਸੀ ਜੀ, ਤੇ ਹਥਿਆਰ ਬਣਾਉਂਦੇ ਹੁੰਦੇ ਸੀ ਉਦੋਂ ਲੜਾਈਆਂ 'ਚ ਇਹ। ਤੇ ਉਦੋਂ ਬਾਅਦ ਇੱਧਰ ਵਸ ਗਏ। ਫਿਰ ਇਹ ਜਿਹੜਾ ਇਹ ਕਬੀਲਾ ਹੈਗਾ ਇਹ ਪਾਕਿਸਤਾਨ ਬਣਨ ਤੋਂ ਬਾਅਦ ਇਹ ਫਿਰ ਇੱਧਰ ਆ ਗਿਆ ਜੀ, ਤੇ ਇਹਨਾਂ ਨੂੰ ਇੱਥੇ ਜ਼ਮੀਨ ਅਲਾਟ ਹੋ ਗਈ ਹੈ ਤੇ ਫਿਰ ਹੁਣ ਇੱਥੇ ਰਹਿੰਦੇ ਆ। ਅੱਛਾ, ਇੱਕ ਹੋਰ ਪਰਿਵਾਰ ਹੈ, ਇਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਇਹ ਵੀ ਜਿਹੜਾ ਘਰ ਹੈ ਉਹ ਵਰਿੰਦਰ ਪ੍ਰਹਾਰ ਜੀ ਉਹਨਾਂ ਦੇ ਵੱਲੋਂ ਬਣਾਇਆ ਗਿਆ। ਤਾਂ ਪਰਿਵਾਰ ਦੇ ਵਿੱਚ ਕੌਣ ਹੈਗਾ, ਕਿੰਨੇ ਜੀ ਹੋ ਤੁਸੀਂ ਪਰਿਵਾਰ 'ਚ? ਅਸੀਂ 4 ਆ ਜੀ। ਅੱਛਾ, ਤਾਂ ਪਹਿਲਾਂ ਕੀ ਹਾਲਾਤ ਸੀਗੇ ਇੱਥੇ? ਪਹਿਲਾਂ ਇਦਾਂ ਹੀ ਕੁੱਲੀਆਂ ਵਾਂਗ ਸੀਗੇ। ਅੱਛਾ, ਹਾਂਜੀ। ਕੁੱਲੀ ਬਣੀ ਸੀਗੀ ਇੱਥੇ? ਇੱਥੇ ਹਾਂ, ਇੱਥੇ ਹੁੰਦੀ ਸੀਗੀ ਸਾਡੀ ਪਹਿਲਾਂ। ਅੱਛਾ, ਫਿਰ ਕੀ ਹਾਲਾਤ ਸੀਗੇ ਉਦੋਂ ਜਦੋਂ ਮੀਂਹ ਝੱਖੜ ਹਨੇਰੀ ਆਉਂਦੀ ਸੀਗੀ? ਵੀ ਝੱਖਾ ਨੇੜੀ 'ਚ ਤਾਂ ਦਿੱਕਤ ਹੀ ਆਉਂਦੀ ਸੀਗੀ ਸਰ, ਤੇ ਇੱਥੇ ਬਾਰਿਸ਼ ਪਾਣੀ ਪੂਣੀ ਵੀ ਖੜਾ ਹੋ ਜਾਂਦਾ ਸੀਗਾ। ਅੱਛਾ, ਤਾਂ ਹੁਣ ਫਿਰ ਕਿਵੇਂ ਆ, ਕਿੰਨਾ ਕੁ ਬਦਲਾਅ ਆਇਆ ਜ਼ਿੰਦਗੀ 'ਚ? ਹੁਣ ਠੀਕ ਆ, ਚਲੋ ਇਹਨਾਂ ਦੇ ਕਰਕੇ ਜੀ ਵਧੀਆ। ਹੁਣ ਮਤਲਬ ਕਿ ਆਪਣੇ ਸਾਫ ਸਫਾਈ ਵੀ ਰਹਿੰਦੀ ਆ, ਵਧੀਆ ਉੱਚਾ ਘਰ ਪੈ ਗਿਆ ਵਧੀਆ। ਖੁਸ਼ ਹੋ ਹੁਣ? ਹਾਂਜੀ, ਬੜੇ ਖੁਸ਼ ਆ ਕਦੇ ਜੀ। ਸੋਚਿਆ ਸੀਗਾ ਇਦਾਂ ਦਾ ਘਰ ਬਣਾਓਗੇ ਜ਼ਿੰਦਗੀ ਦੇ ਵਿੱਚ? ਆਪਾਂ ਨਹੀਂ ਸੋਚਿਆ, ਚਲੋ ਬਣ ਗਿਆ ਤਾਂ ਮਿਹਰਬਾਨ ਆ, ਮਿਹਰਬਾਨੀ ਉਹਨਾਂ ਦੀ। ਆਪਾਂ ਸਰਕਾਰਾਂ ਦੇ ਵੀ ਹਾੜੇ ਕੱਢੇ, ਦਫ਼ਤਰਾਂ ਦੇ ਚੱਕਰ ਵੀ ਲਾਏ ਸੀਗੇ ਵੀ ਕੋਈ ਯੋਜਨਾ ਦੇ ਵਿੱਚ ਕਿਸੇ ਸਕੀਮ 'ਚ ਹੀ ਕੋਈ ਸਰਕਾਰੀ ਘਰ ਬਣਾ ਕੇ ਦੇ ਦੇਵੇ? ਨਹੀਂ ਜੀ, ਉਹ ਤਾਂ ਸਰਦਾਰ ਹੋਣੀ ਆ ਗਏ, ਇਹਨਾਂ ਨੇ ਬਸ ਉਹਨਾਂ ਨੇ ਕਰਾਤੀ। ਤਾਂ ਬਿਲਕੁਲ ਜਿਹੜੇ ਕੰਮ ਸਰਕਾਰਾਂ ਨੇ ਨਹੀਂ ਕੀਤੇ ਉਹ ਅੱਜ ਵਰਿੰਦਰ ਪ੍ਰਹਾਰ ਜੀ ਹੁਣੀ ਕਰ ਰਹੇ ਨੇ। ਪ੍ਰਹਾਰ ਸਾਹਿਬ, ਇਸ ਲੇਡੀ ਦਾ ਅੱਛਾ, ਇਹ ਅੱਗੇ ਇੱਕ ਹੋਰ ਘਰ ਹੈ, ਇਹ ਵੀ ਤੁਸੀਂ ਦੇਖ ਰਹੇ ਹੋ। ਇਹ ਘਰ ਪ੍ਰਹਾਰ ਸਾਹਿਬ ਇਹ ਸਾਰਿਆਂ ਦਾ ਪੈਟਰਨ ਇੱਕੋ ਹੀ ਰੱਖਿਆ ਜੀ ਸਾਰੇ? ਇਹ ਤਕਰੀਬਨ ਇਹਦਾ ਜਲ ਗਿਆ ਸੀ ਘਰ, ਝੁੱਗੀ ਜਲ ਗਈ ਸੀ ਇਹਨਾਂ ਦੀ। ਅੱਛਾ। ਤੇ ਫਿਰ ਇਹ ਬਾਹਰ ਹੀ ਰਹਿੰਦੇ ਹੁੰਦੇ ਸੀ, ਅੱਗ ਲੱਗ ਗਈ ਸੀਗੀ ਇਹਨਾਂ ਅੱਛਾ ਜੀ। ਇਹ 2 ਘਰਾਂ ਨੂੰ, ਤਾਂ ਇਹਨਾਂ ਦੇ ਫਿਰ ਜ਼ਿਆਦਾ ਇਹਨਾਂ ਨੂੰ ਪ੍ਰੈਫਰੈਂਸ ਦਿੱਤੀ ਗਈ। ਤਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪਰਿਵਾਰ ਦੇ ਨਾਲ। ਭੈਣ ਜੀ, ਕੀ ਨਾਂ ਤੁਹਾਡਾ ਜੀ? ਹਾਂਜੀ, ਇਹਨਾਂ ਨੇ ਵਿਚਾਰਿਆਂ ਨੇ ਬਣਾ ਕੇ ਦਿੱਤਾ ਸੀ। ਅੱਛਾ, ਕੀ ਗੱਲ ਹੋ ਗਈ ਸੀਗੀ ਇੱਥੇ? ਕਹਿੰਦੇ ਅੱਗ ਲੱਗ ਗਈ ਸੀ ਤੁਹਾਡੀ ਜਿਹੜੀ ਇੱਥੇ ਉਦੋਂ ਘਰ ਸੀ? ਅੱਗ ਸਾਡੀ ਕੁੱਲੀ ਨੂੰ ਉੱਥੇ ਅੱਗ ਲੱਗ ਗਈ ਸੀ, ਤਾਂ ਫਿਰ ਵਿਚਾਰਿਆਂ ਨੇ ਇਹਨਾਂ ਨੇ ਮਦਦ ਕੀਤੀ ਸਾਡੀ। ਅੱਛਾ, ਇਹਨਾਂ ਨੇ ਮਕਾਨ ਬਣਾ ਕੇ ਦਿੱਤੇ, ਤਾਂ ਹੁਣ ਵਸਦੇ ਅਸੀਂ ਇੱਥੇ। ਧੰਨਵਾਦ ਇਹਨਾਂ ਦਾ। ਖੁਸ਼ ਹੋ ਹੁਣ? ਖੁਸ਼ ਹਾਂ, ਖੁਸ਼। ਮਿਹਰਬਾਨੀ। ਕਿੰਨੇ ਜੀ ਹੋ ਪਰਿਵਾਰ ਦੇ ਵਿੱਚ? 4। ਅੱਛਾ, ਤਾਂ ਜਦੋਂ ਪਹਿਲਾਂ ਇੱਥੇ ਕੁੱਲੀ ਸੀਗੀ, ਤੁਹਾਡਾ ਆਪਣਾ, ਚਲੋ ਕੁੱਲੀ ਮੈਨੂੰ ਇਸ ਗੱਲ ਦਾ ਤੋਹੀਨ ਨਾ ਸਮਝੋ, ਕਿਉਂਕਿ ਉਹ ਵੀ ਆਪਣਾ ਘਰ ਹੀ ਹੁੰਦਾ ਜਦੋਂ ਬੰਦਾ ਜਿੱਥੇ ਰਹਿੰਦਾ, ਤਾਂ ਉਦੋਂ ਕੁੱਲੀ ਕਹਿੰਦੇ ਮਹਿਲ ਲੱਗਦੀ ਹੈ ਬੰਦੇ ਨੂੰ ਆਪਣੀ। ਤਾਂ ਉਦੋਂ ਹਾਲਾਤ ਕੀ ਹੁੰਦੇ ਸੀ ਜਦੋਂ ਮੀਂਹ ਝੱਖੜ ਹਨੇਰੀ ਆਉਂਦਾ ਸੀਗਾ? ਉਹ ਵਧੀ ਕੁੱਲੀ ਡਿੱਗ ਜਾਂਦੀਆਂ ਸੀ, ਫਿਰ ਗੜਾ ਲੈਂਦੇ ਸੀ ਕੁੱਲੀਆਂ ਨੂੰ। ਅੱਛਾ, ਫਿਰ ਵਿਚਾਰਿਆਂ ਨੇ ਇਹਨਾਂ ਨੇ ਮਦਦ ਕੀਤੀ, ਹੁਣ ਵਿਚਾਰਿਆਂ ਨੇ। ਅੱਛਾ। ਔਰ ਧੰਨਵਾਦ ਇਹਨਾਂ ਦਾ। ਕਿਵੇਂ ਜੀ ਹੁਣ ਫਰਕ ਹੈ ਪਿਆ ਜ਼ਿੰਦਗੀ ਦੇ ਵਿੱਚ? ਠੀਕ ਆ ਜੀ, ਅੱਗੇ ਵਾਸਤੇ ਤਾਂ ਹੁਣ ਬਹੁਤ ਫਰਕ ਆ। ਤਾਂ ਅੱਗੇ ਤਾਂ ਬੜਾ ਬੁਰਾ ਹਾਲ ਸੀ, ਝੁੱਗੀਆਂ ਚੌਣ ਲੱਗ ਜਾਂਦੀ, ਇੱਧਰ ਪਾਣੀ ਆ ਜਾਂਦਾ ਸੀ, ਤਾਂ ਬੁਰੇ ਹਾਲ, ਮੰਜੀਆਂ ਤੇ ਬੈਠ ਬੈਠ ਕੇ ਟਾਈਮ ਕੱਢਿਆ ਜੀ। ਤੁਹਾਡੀਆਂ ਵੋਟਾਂ ਵੀ ਬਣੀਆਂ ਹੋਣਗੀਆਂ, ਵੋਟਾਂ ਤੇ ਲੀਡਰ ਵੀ ਬਹੁਤ ਆਉਂਦੇ ਹੋਣਗੇ, ਕਹਿੰਦੇ ਹੋਣਗੇ ਘਰ ਬਣਾ ਕੇ ਦੇਵਾਂਗੇ, ਕਦੀ ਦਿੱਤਾ ਕਿਸੇ ਨੇ? ਕਹਿ ਜਾਂਦੇ ਜੀ, ਮੁੜ ਕੇ ਆਉਂਦੇ ਹੀ ਨਹੀਂ। ਹੁਣ ਜਦੋਂ ਵੋਟਾਂ ਲੈਣ ਆਉਂਦੇ ਤੇ ਜਦ ਕਹਿ ਜਾਂਦੇ ਤਾਂ ਮੁੜ ਕੇ ਪਤਾ ਨਹੀਂ ਲੱਗਦਾ। ਇਹੀ ਚੱਕਰ ਹੈ, ਬਸ ਗਵਰਨਮੈਂਟ ਦੇ ਬੜੇ ਧੱਕੇ ਖਾਦੇ। ਅੱਛਾ, ਹਾਂਜੀ, ਗਏ ਫਾਈਲਾਂ ਲੈ ਕੇ ਵੀ ਸਾਨੂੰ ਵੀ ਕੋਈ ਘਰ? ਲੈ ਕੇ ਵੀ ਗਏ, ਹੁਣ ਵੀ ਜਾਂਦੇ ਰਹਿੰਦੇ ਆ, ਕਹਿੰਦੇ ਦਾਦਾਂਗੇ ਦੇ ਦਾਂਗੇ। ਹੁਣ ਤਾਂ 20-25 ਸਾਲ ਹੋ ਗਏ, ਨਾ ਵੀ ਨਹੀਂ ਲੈਂਦੇ। ਅੱਛਾ, ਕਈ ਸਰਕਾਰਾਂ ਆਈਆਂ, ਕਈ ਚਲੇ ਗਈਆਂ। ਤਾਂ ਇਹ ਹੁਣ ਪੱਕਾ ਘਰ ਮਿਲਿਆ, ਇਹਦੇ ਵਿੱਚ ਕੋਈ ਸਰਕਾਰ ਦਾ ਵੀ ਰੋਲ ਨਹੀਂ ਹੈ। ਇੱਕ ਸ਼ਖਸ ਉੱਠਿਆ ਜਿਹਨੇ ਘਰ ਬਣਾ ਕੇ ਦੇ ਦਿੱਤਾ। ਖੁਸ਼ੀ ਕਿੰਨੀ ਕੁ ਹੋਈ ਮਨ ਨੂੰ ਫਿਰ? ਚਲੋ ਜੀ, ਖੁਸ਼ੀ ਤਾਂ ਬੜੀ ਹੋਈ ਜੀ, ਮਨ ਨੂੰ ਤਾਂ ਖੁਸ਼ੀ ਬੜੀ ਜ਼ਿਆਦਾ ਹੋਈ, ਇਹਨਾਂ ਨੇ ਆਣ ਕੇ ਸਿਰ ਤੇ ਤਾਜ ਰੱਖਤਾ। ਤਾਂ ਬਿਲਕੁਲ ਇਹ ਹੈ ਅਸਲੀ ਜੀਵਨ ਇਨਸਾਨ ਦਾ। ਖੁਦ ਖੁਸ਼ੀਆਂ ਵੰਡਣ ਦਾ ਕੰਮ ਆਪਣੇ ਮੋਢਿਆਂ ਤੇ ਚੁੱਕ ਲਿਆ। ਤਾਂ ਅੱਜ ਖੁਸ਼ੀਆਂ ਮਿਲ ਵੀ ਰਹੀਆਂ ਨੇ ਔਰ ਖੁਸ਼ੀਆਂ ਵੰਡੀਆਂ ਵੀ ਜਾ ਰਹੀਆਂ ਨੇ। ਕੁਝ ਕਹਿਣਾ ਚਾਹ ਰਹੇ ਹੋ ਤੁਸੀਂ? ਹਾਂ, ਇਹਨਾਂ ਦੇ ਬਾਥਰੂਮ ਐਦਾਂ ਨਹਾਉਂਦੇ ਆ ਇਹ,
ਮਤਲਬ ਪਹਿਲਾਂ ਜਿਹੜੇ ਹੁਣ ਵੀ ਆ ਜਿਹੜੇ ਹੈਗੇ ਆ ਨਹਾਉਣ ਨੂੰ ਵਿਚਾਰੇ ਇਦਾਂ ਨਹੀਂ ਆ ਪਰਦਾ ਜਿਹਾ ਕਰਕੇ ਤਾਂ ਉਹਦੇ ਪਿੱਛੇ ਨਹਾਉਣ ਦਾ ਮਤਲਬ ਇਹ ਸਾਰੀਆਂ ਬੇਸਿਕ ਜਿਹੜੀ ਇੱਕ ਸਹੂਲਤ ਇੱਕ ਮੁੱਢਲੀ ਜਿਹੜੀ ਜ਼ਰੂਰਤ ਹੁੰਦੀ ਹੈ ਉਹ ਹੀ ਨਹੀਂ ਹੈ ਜਦੋਂ ਇਨਸਾਨ ਕੋਲ, ਤਾਂ ਅੱਗੇ ਤਰੱਕੀ ਦੇ ਲਈ ਤਾਂ ਫਿਰ ਬਹੁਤ ਦੂਰ ਦੀ ਗੱਲ ਰਹਿ ਗਈ ਹੈ। ਪਰ ਸਾਹਿਬ ਫਿਰ ਟੀਮ ਵੀ ਬਣੀ ਤੁਹਾਡੀ, ਕਿਉਂਕਿ ਇਕੱਲਿਆਂ ਨੇ ਕਿੰਨੇ ਕੁ ਪਹਿਲਾਂ ਪੈਸੇ ਖਰਚ ਦਿੱਤੇ, ਫਿਰ ਪਰਿਵਾਰ ਦਾ ਕੀ ਰਿਐਕਸ਼ਨ ਸੀਗਾ ਵੀ ਪੈਸੇ ਕਿੱਧਰ ਨੂੰ ਜਾਈ ਜਾ ਰਹੇ ਆ? ਪਰਿਵਾਰ ਨੇ ਸਮਾਂ ਸਾਥ ਦਿੱਤਾ। ਪਰਿਵਾਰ ਮੇਰਾ USA 'ਚ ਹੀ ਹੈਗਾ ਸਾਰਾ, ਵਾਈਫ 3 ਬੱਚੇ ਆ, ਉਹ ਪੂਰਾ ਸਾਥ ਦਿੰਦੇ। ਮੇਰੇ ਪੇਰੈਂਟਸ ਵੀ ਹੈਗੇ ਆ ਉੱਥੇ ਸਿਆਟਲ ਰਹਿੰਦੇ ਆ, ਉਹ ਵੀ ਪੈਸੇ ਭੇਜਦੇ ਆ ਘਰਾਂ ਲਈ। ਉਹ ਕਹਿੰਦੇ ਬਣਾਓ ਦਬਲ ਕੇ ਤੁਸੀਂ ਜਿੰਨਾ ਹੋ ਸਕਦਾ। ਮੇਰੀ ਜਿੰਨੀ ਐਕਸਟਰਾ ਇਨਕਮ ਹੁੰਦੀ ਆ ਉਹ ਮੈਂ ਘਰਾਂ ਤੇ ਹੀ ਲਾ ਦਿੰਦਾ ਹੈਗਾ, ਮੈਂ ਕੋਲ ਨਹੀਂ ਰੱਖਦਾ ਕੋਈ। ਸਾਰਾ ਕੀ ਕਰਨਾ ਹੈਗਾ, ਕਿਹੜਾ ਨਾਲ ਲੈ ਜਾਣਾ ਕੋਈ, ਤੇ ਇਹ ਸੋਚ ਹੈਗੀ ਆ ਮੇਰੀ। ਦਾਨ ਜਿਹੜਾ ਹੈਗਾ ਮੈਂ ਦੇਖੋ ਆਪਣੇ, ਤੁਸੀਂ ਕਹਿੰਦੇ ਹੋ ਕੋਈ ਪਰਿਵਾਰ ਨਹੀਂ ਕਹਿੰਦਾ, ਜਿਹੜਾ ਦਾਨ ਜਾਂ ਚੈਰਿਟੀ ਆ ਨਾ, charity is not helping friends and relatives. Charity is helping unknown people expecting nothing in return. ਦਾਨ ਉਹਦਾ ਹੀ ਹੈਗਾ ਕਿ ਜਿਹੜਾ ਤੁਸੀਂ ਜਦੋਂ ਅਣਜਾਣ ਲੋਕਾਂ ਦੀ ਸਹਾਇਤਾ ਕਰਦੇ ਹੋ, ਕੁਝ ਵੀ ਆਸ ਨਾ ਕਰੋ ਉਹਨਾਂ ਤੋਂ। ਹੁਣ ਇਹਨਾਂ ਦੇ ਕਈਆਂ ਦੇ ਮੈਨੂੰ ਨਾਮ ਵੀ ਨਹੀਂ ਯਾਦ, ਸ਼ਕਲਾਂ ਵੀ ਨਹੀਂ ਯਾਦ, ਜਿਨ੍ਹਾਂ ਦੇ ਘਰ ਬਣ ਗਏ। ਤੇ ਅਸੀਂ ਘਰ ਬਣਾ ਕੇ ਫਿਰ ਇਹਨਾਂ ਨੂੰ ਤਕਰੀਬਨ ਭੁੱਲ ਜਾਈਦਾ, ਲੈਟ them live their own life। ਤਾਂ ਉਹਨਾਂ ਤੇ ਅਹਿਸਾਨ ਨਹੀਂ ਕਰਦੇ ਪਏ ਅਸੀਂ। ਵਾਹਿਗੁਰੂ ਦੇਖਣ ਵਾਲਾ ਬਸ, ਉਹ ਕੁਦਰਤ ਉੱਪਰੋਂ ਦੇਖ ਰਹੀ ਆ ਕਿਹੜਾ ਕੀ ਕਰਦਾ। ਤੁਸੀਂ ਆਪ ਨਹੀਂ ਕਦੇ ਸੋਚਿਆ ਮੈਂ ਵੀ ਅਮਰੀਕਾ, ਉੱਥੇ ਤੁਸੀਂ ਆਉਂਦੇ ਜਾਂਦੇ ਤਾਂ ਹੋਵੋਗੇ ਵੀ ਮੈਂ ਵੀ ਉੱਥੇ ਹੁਣ ਪਰਿਵਾਰ ਦੇ ਨਾਲ ਰਹਿਣਾ ਜਾ? ਲੰਬਾ ਸਮਾਂ ਰਹਿ ਲਿਆ ਉੱਥੇ। ਹੁਣ ਅਸੀਂ ਹੁਣ ਸਿਰਫ ਜਿਹੜਾ ਇੱਕ ਤਮੰਨਾ ਹੈਗੀ ਕਿ ਦੂਜਿਆਂ ਲਈ ਜ਼ਿੰਦਗੀ ਜੀਣੀ ਹੈਗੀ ਆ, ਤੇ ਆਪਣੇ ਲਈ ਸਭ ਕੁਝ ਕਰ ਲਿਆ, ਤੇ ਹੁਣ ਦੂਸਰਿਆਂ ਦੇ ਭਲੇ ਲਈ ਆਪਾਂ ਕੰਮ ਕਰਨਾ ਲਾਈਫ ਦੇ ਵਿੱਚ ਜੋ ਜਿੰਨੀ ਜ਼ਿੰਦਗੀ ਰਹਿੰਦੀ ਆ। ਤੇ ਮੈਂ ਸੋਚਦਾ ਕਿ ਮੇਰੀ ਜ਼ਿੰਦਗੀ ਤਾਂ ਹੀ ਸਫਲ ਹੋ ਸਕਦੀ ਆ। ਸਫਲ ਸਮਝਾਂਗਾ ਜੇ ਮੈਂ 1000 ਕੁ ਘਰ ਬਣਾ ਕੇ ਦੇ ਦਾਂ ਇਹੋ ਜਿਹੇ ਗਰੀਬ ਬੱਚਿਆਂ ਨੂੰ ਜਿਹੜੇ ਰਹਿ ਰਹੇ ਆ। ਆਹ ਦੇਖੋ ਆਹ ਪਰਿਵਾਰ ਸੀ, ਇਹ ਵਿਚਾਰੀ, ਇਹਨਾਂ ਦੀ ਮਦਰ ਮਰ ਗਈ ਹੈ, ਪੂਰੀ ਹੋ ਗਈ ਆ ਥੋੜੇ ਡੇਂਗੂ ਦੇ ਨਾਲ, ਆ ਕੁੜੀ ਦੀ। ਤੇ ਆ ਇਹਦਾ ਹਸਬੈਂਡ ਆ। ਇਹ ਕਿਵੇਂ ਰਹਿ ਰਹੇ ਨੇ? ਇਹ ਵੀ ਹੁਣ ਕਿਵੇਂ ਰਹਿ ਰਹੇ ਹੋ, ਕਿਵੇਂ ਚੱਲ ਰਿਹਾ ਤੁਹਾਡਾ? ਅੱਛਾ, ਮੈਂ ਉਹ ਵੀ ਇੱਕ ਵਾਰੀ ਕੈਮਰਾਮੈਨ ਨੂੰ ਕਹੂੰਗਾ ਘਰ ਥੋੜਾ ਜਿਹਾ ਦਿਖਾ ਦਿਓ, ਕਿਉਂਕਿ ਇਹ ਅਸਲੀਅਤ ਹੈ ਸਾਡੇ ਮੁਲਕ ਦੀ। ਸਾਡੇ ਮੁਲਕ ਦੇ ਵਿੱਚ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਰਾਤ ਨੂੰ ਭੁੱਖੇ ਸੌਂਦੇ ਨੇ, ਰਾਤ ਨੂੰ ਬਿਨਾਂ ਛੱਤ ਤੋਂ ਸੌਂਦੇ ਨੇ, ਮੀਂਹ ਝੱਖੜ ਹਨੇਰੀ ਦੇ ਵਿੱਚ ਉਹਨਾਂ ਨੂੰ ਲੱਖ ਮੁਸੀਬਤਾਂ ਆਉਂਦੀਆਂ ਨੇ। ਪਰ ਕੁਝ ਇਨਸਾਨ ਇਦਾਂ ਦੇ ਵੀ ਨੇ ਜਿਹੜੇ ਕੋਸ਼ਿਸ਼ ਕਰ ਰਹੇ ਨੇ, ਇੱਕ ਯਤਨ ਕਰ ਰਹੇ ਨੇ ਉਹਨਾਂ ਨੂੰ ਇੱਕ ਜ਼ਿੰਦਗੀ ਦੇ ਵਿੱਚ ਖੁਸ਼ੀ ਦੇਣ ਦੀ। ਭੈਣੇ, ਕੀ ਹਾਲਾਤ ਸੀਗੇ ਪਹਿਲਾਂ ਤੁਹਾਡੇ ਘਰ ਦੇ? ਪਹਿਲਾਂ ਅਸੀਂ ਝੁੱਗੀਆਂ ਵਿੱਚ ਰਹਿੰਦੇ ਸੀ, ਸਾਨੂੰ ਕੋਈ ਨਹੀਂ ਦੇਖਦਾ ਸੀ। ਜਦੋਂ ਵੋਟਾਂ ਲੈਣ ਆਉਂਦੇ ਸੀ ਉਦੋਂ ਕਹਿੰਦੇ ਸੀ ਆਹ ਕਰ ਦੇਣਾ, ਉਹ ਕਰ ਦੇਣਾ, ਤੇ ਬਾਅਦ 'ਚ ਕੁਛ ਨਹੀਂ ਕਰਦੇ ਸੀ। ਆ ਸਾਡੇ ਨਾਲ ਪ੍ਰਹਾਰ ਜੀ ਸਰ ਰਲੇ ਤੇ ਸਾਨੂੰ ਝੁੱਗੀਆਂ ਤੋਂ ਇਹਨਾਂ ਮਕਾਨਾਂ 'ਚ ਖੜਾ ਕਰਤਾ। ਕਦੇ ਸੋਚਿਆ ਸੀਗਾ? ਨਹੀਂ, ਇਸ ਬਾਰੇ ਅਸੀਂ ਕਦੇ ਨਹੀਂ ਸੋਚਿਆ ਸੀ ਕਿ ਅਸੀਂ ਪੱਕੇ ਮਕਾਨਾਂ ਵਿੱਚ ਰਵਾਂਗੇ। ਅੱਛਾ, ਜਦੋਂ ਫਿਰ ਇਹਨਾਂ ਨੇ ਗੱਲਬਾਤ ਕੀਤੀ ਵੀ ਤੁਹਾਨੂੰ ਘਰ ਬਣਾ ਕੇ ਦੇਣਾ, ਯਕੀਨ ਹੋਇਆ ਉਹ ਦਿਨ ਵੀ ਵਾਕਿਆ ਘਰ ਬਣੇਗਾ? ਹੁਣ ਨਹੀਂ, ਪਹਿਲਾਂ ਤਾਂ ਨਹੀਂ ਸੀਗਾ, ਫਿਰ ਬਾਅਦ 'ਚ ਬਣਾਤਾ ਸੀਗਾ। ਫਿਰ ਸਾਨੂੰ ਪਤਾ ਹੀ ਸੀਗਾ, ਸਾਰਿਆਂ ਦੇ ਬਣਾ ਕੇ ਦਿੱਤੇ ਸੀ, ਮੇਰੀ ਮਾਸੀ ਦਾ ਵੀ ਬਣਾ ਕੇ ਦਿੱਤਾ, ਸਾਡੇ ਤਾਇਆਂ ਦਾ ਵੀ ਬਣਾ ਕੇ ਦਿੱਤਾ। ਅੱਛਾ, ਅਸੀਂ ਬਹੁਤ ਧੰਨਵਾਦ ਕਰਦੇ ਹਾਂ ਇਹਨਾਂ ਦਾ। ਤਾਂ ਬਿਲਕੁਲ ਇਹ ਖੁਸ਼ੀ ਹੈ ਇਨਸਾਨ ਦੀ। ਇਨਸਾਨ ਦਾ ਇੱਕ ਸੁਪਨਾ, ਮੈਂ ਬਾਰ-ਬਾਰ ਕਹਿ ਰਿਹਾ ਵੀ ਘਰ ਜਿਹਦੇ ਕੋਲ ਨਹੀਂ ਹੁੰਦਾ ਨਾ, ਤਾਂ ਉਹਨੂੰ ਹਮੇਸ਼ਾ ਤਾਂਘ ਰਹਿੰਦੀ ਹੈ ਵੀ ਮੇਰਾ ਘਰ ਜਲਦੀ ਬਣ ਜੇ। ਇਹ ਵੀ ਆਪ ਬਣਾਇਆ ਜਾਏ, ਇਹ ਵੀ ਪ੍ਰਾਰਥਨਾ ਤੁਹਾਡੇ ਪ੍ਰਤੀ? ਅੱਛਾ, ਇਹ ਮੈਂ ਕੈਮਰਾਮੈਨ ਨੂੰ ਕਹੂੰਗਾ ਵੀ ਇਹ ਕਿਸੇ ਦਾ ਪਰਸਨਲ ਹੈਗਾ ਘਰ, ਤਾਂ ਕੁਝ ਲੋਕ ਹੈਗੇ ਨੇ ਜਿਹੜੇ ਸਮਰੱਥਾ ਰੱਖਦੇ ਨੇ ਇਸ ਚੀਜ਼ ਦੀ। ਪ੍ਰਾਰ ਸਾਹਿਬ, ਫਿਰ ਟੀਮ ਬਣੀ ਹੈ, ਹੁਣ ਕਿੰਨੇ ਕੁ ਮੈਂਬਰ ਨੇ ਟੀਮ ਦੇ ਵਿੱਚ ਜੁੜੇ? ਟੀਮ ਦੇ ਵਿੱਚ ਅਸੀਂ 7 ਮੈਂਬਰ ਹੈਗੇ ਆ ਇੱਥੇ। ਬਾਕੀ ਜਿਹੜੇ ਸਾਡੇ ਸਪੋਰਟਰ ਆ ਉਹ ਬਾਹਰ ਜਿਹੜੇ ਸਾਨੂੰ ਸਹਿਯੋਗ ਦਿੰਦੇ ਆ। ਮਨਜੀਤ ਸਿੰਘ ਜੀ ਸਾਲਟ ਲੇਕ ਸਿਟੀ ਤੋਂ ਬਿਜ਼ਨਸਮੈਨ ਹੈਗੇ ਆ। ਇੱਕ ਆਲੂਵਾਲੀਆ ਸਾਹਿਬ ਆ ਉੱਥੋਂ ਮੋਹਾਲੀ ਤੋਂ, ਉਹ ਕਾਫੀ ਸਹਿਯੋਗ ਦੇ ਰਿਹਾ। ਨਿਊ ਜਰਸੀ ਤੋਂ ਸੁਰਿੰਦਰ ਕੌਰ ਪਵਾਰ ਭੈਣ ਜੀ, ਉਹ ਵੀ ਕਾਫੀ ਸਾਡੀ ਹੈਲਪ ਕਰਦੇ ਆ। ਤੇ ਹੋਰ ਅਨੇਕਾਂ ਦਾਨੀ ਸੱਜਣ ਹਨ ਜਿਹੜੇ ਕਰ ਰਹੇ ਆ, ਔਰ ਅੱਗੇ ਵੀ ਉਹਨਾਂ ਨੇ ਕਰਨ ਦਾ ਮਨ ਬਣਾਇਆ ਹੋਇਆ। ਤੇ ਦਾਨੀ ਸੱਜਣਾ ਇਹ ਨਹੀਂ ਹੈ ਕਿ ਸਾਰੀ ਦੁਨੀਆ 'ਚ ਭੈੜੇ ਇਨਸਾਨ ਹਨ, ਜਿਸ ਤਰ੍ਹਾਂ ਕੁਝ ਚੰਗੇ ਵੀ ਹੈ ਜਿਨ੍ਹਾਂ ਦੇ ਸਿਰ ਤੇ ਦੁਨੀਆ ਚੱਲ ਰਹੀ ਹੈ, ਤੇ ਉਹ ਸਾਨੂੰ ਹੈਲਪ ਕਰ ਰਹੇ ਆ। ਤੇ ਅਸੀਂ ਆਪਣੇ ਜੋ ਟੀਚਾ ਹੈਗਾ ਇਹਨਾਂ ਦਾ, ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕ੍ਰਾਈਟੇਰੀਆ ਦੀ, ਕੋਈ ਪਰਿਵਾਰ ਫਿਰ ਕਿਵੇਂ ਤੁਹਾਡੇ ਤੱਕ ਪਹੁੰਚ ਕਰਦਾ ਹੈ? ਕੋਈ ਫਿਰ ਫਾਰਮ ਭਰਨਾ ਪੈਂਦਾ, ਉਹਨਾਂ ਦੀ ਕੋਈ ਪ੍ਰੋਸੀਜਰ ਦੇ ਵਿੱਚ ਪਾਉਣਾ ਪੈਂਦਾ, ਜਾਂ ਕਿੰਨੇ ਸਮੇਂ ਬਾਅਦ ਫਿਰ ਉਹਨਾਂ ਨੂੰ ਘਰ ਦੀ ਜਿਹੜੀ ਹੈ ਉਹਨਾਂ ਦੀ ਕੰਮ ਸ਼ੁਰੂ ਹੋ ਜਾਂਦਾ? ਕੋਈ ਉਹ ਤਾਂ ਦੇਖੋ ਸਰਕਾਰੀ ਕੰਮ ਹੁੰਦੇ ਆ, ਫਾਰਮ ਭਰਨੇ। ਅਸੀਂ ਕਦੇ ਕਿਸੇ ਦਾ ਫਾਰਮ ਨਹੀਂ ਭਰਿਆ, ਬਸ ਸਿੱਧਾ ਇੱਟਾਂ
ਹਟਾ ਕੇ ਘਰ ਸ਼ੁਰੂ ਕਰਾ ਦਈਦਾ, ਜਿਹਦਾ 1-2 ਦਿਨ ਪਹਿਲਾਂ ਦੱਸ ਦਈਦਾ ਵੀ ਤੁਹਾਡੀ ਹੁਣ ਲਾਟਰੀ ਨਿਕਲੇ ਆਈ ਆ, ਤੁਹਾਡੇ ਵਾਹਿਗੁਰੂ ਦੀ ਕਿਰਪਾ ਹੋ ਗਈ ਹੈ ਜਿਹੜੀ ਤੁਸੀਂ ਪ੍ਰਾਰਥਨਾ ਕਰਦੇ ਰਹੇ, ਚੰਗੇ ਦਿਨ ਆ ਗਏ ਤੁਹਾਡੇ, ਤੇ ਹੁਣ ਤੁਹਾਡਾ ਘਰ ਸ਼ੁਰੂ ਕਰ ਲੈਣਾ ਹੈਗਾ। ਤੇ ਤਾਂ ਖੁਸ਼ੀ ਮਿਲਦੀ ਹੈ, ਮਨ ਨੂੰ ਸਕੂਨ ਮਿਲਦਾ? ਮੈਨੂੰ ਇੰਨੀ ਕੁ ਖੁਸ਼ੀ ਮਿਲਦੀ ਆ ਮਨ ਨੂੰ, ਜਦੋਂ ਇੱਕ ਛੋਟੀ ਜਿਹੀ ਝੌਂਪੜੀ ਨੂੰ ਉਹਨੂੰ ਅਸੀਂ ਕਨਵਰਟ ਕਰਕੇ ਇੱਕ ਬੜਾ ਸੋਹਣਾ ਘਰ ਮਿਲ ਜਾਂਦਾ ਆ। ਉਹ ਇੰਨੀ ਕੁ ਦਿਲ ਨੂੰ ਸਕੂਨ ਮਿਲਦਾ ਕਿ ਚਾਹੇ ਲੱਖ ਵਾਰੀ ਪਾਠ ਪੂਜਾ ਕਰ ਲਓ ਉਹਨਾਂ ਨਹੀਂ ਮਿਲੇਗਾ ਜਿੰਨਾ ਕਿ ਕਿਸੇ ਦਾ ਘਰ ਬਣਾ ਕੇ ਸਾਨੂੰ ਸਕੂਨ ਮਿਲਦਾ। ਇਹ ਕੰਮ ਸਰਕਾਰਾਂ ਦੇ ਸੀਗੇ ਜਿਹੜੇ ਆਪਣੇ ਮੋਢੇ ਤੇ ਚੱਕਣੇ ਪੈ ਗਏ। ਚਲੋ ਸਰਕਾਰਾਂ ਬਾਰੇ ਅਸੀਂ ਕੀ ਕਹਿ ਸਕਦੇ, ਉਹ ਨਹੀਂ ਕਰਦੇ, ਤੇ ਜੇ ਸਰਕਾਰਾਂ ਨਹੀਂ ਕਰਦੀਆਂ ਤੇ ਸਾਨੂੰ ਸਮਾਜ ਸੇਵੀਆਂ ਨੂੰ ਅੱਗੇ ਆਉਣਾ ਚਾਹੀਦਾ ਹੈਗਾ, ਇਨੀਸ਼ੀਏਟਿਵ ਲੈਣਾ ਚਾਹੀਦਾ ਔਰ ਸਰਕਾਰਾਂ ਨੂੰ ਦੱਸਣਾ ਚਾਹੀਦਾ ਜੇ ਤੁਸੀਂ ਨਹੀਂ ਕਰਦੇ ਅਸੀਂ ਆਪ ਕਰਾ ਦਾਂਗੇ। ਅੱਛਾ, ਕੋਈ ਪ੍ਰੋਜੈਕਟ ਚੱਲ ਵੀ ਰਿਹਾ ਇੱਥੇ, ਨਵਾਂ ਪ੍ਰੋਜੈਕਟ ਸ਼ੁਰੂ ਹੋਇਆ ਕੋਈ? ਚੱਲ ਰਿਹਾ ਇੱਕ, ਹਾਂਜੀ ਦਿਖਾ ਦਿੰਦੇ ਤੇ ਆਪਾਂ ਚੱਲਦੇ ਹਾਂ ਜੀ ਉੱਥੇ ਜਾ ਕੇ, ਇੱਕ ਪ੍ਰੋਜੈਕਟ ਜਿਹੜਾ ਚੱਲ ਰਿਹਾ ਨਾ ਉਸ ਪ੍ਰੋਜੈਕਟ ਦੇ ਉੱਤੇ ਵੀ ਜਾਣਦੇ ਹਾਂ, ਕਿਉਂਕਿ ਬਹੁਤ ਸਾਰੇ ਲੋਕ ਕਹਿਣਗੇ ਵੀ ਪਤਾ ਨਹੀਂ ਕਦੋਂ ਦੇ ਘਰ ਬਣੇ ਨੇ, ਪਰ ਮੌਜੂਦਾ ਸਮੇਂ ਦੇ ਵਿੱਚ ਵੀ ਇੱਕ ਪ੍ਰੋਜੈਕਟ ਚੱਲ ਰਿਹਾ, ਉਸ ਪ੍ਰੋਜੈਕਟ ਤੇ ਵੀ ਚੱਲਦੇ ਹਾਂ, ਉਸ ਪਰਿਵਾਰ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਆ ਹੁਣ ਇੱਕ ਘਰ ਦੀ ਤਸਵੀਰ ਤੁਸੀਂ ਦੇਖੋ, ਪਹਿਲਾਂ ਇਸ ਕੁੱਲੀ ਦੇ ਵਿੱਚ ਪੂਰਾ ਪਰਿਵਾਰ ਰਹਿੰਦਾ ਹੈ, 2 ਮੰਜੇ ਲਗਾਏ ਨੇ, ਸਾਰਾ ਕੁਝ ਵਿੱਚ ਹੀ ਹੈ ਔਰ ਤਰਪਾਲਾਂ ਪਾਈਆਂ ਨੇ, ਔਰ ਇਸ ਪਾਸੇ ਆ ਕਿਚਨ ਹੈ, ਰਸੋਈ ਹੈ। ਹੁਣ ਇਸ ਘਰ ਦਾ ਬਦਲਿਆ ਹੋਇਆ ਰੂਪ ਵੀ ਤੁਹਾਨੂੰ ਦਿਖਾਊਂਗਾ, ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਇਸ ਘਰ ਦਾ ਜੋ ਰੂਪ ਬਦਲ ਗਿਆ ਹੁਣ ਉਹ ਜ਼ਰੂਰ ਦਿਖਾਓ। ਇਸ ਕੁੱਲੀ ਦੇ ਵਿੱਚ ਪਹਿਲਾਂ ਪਰਿਵਾਰ ਰਹਿੰਦਾ ਸੀ, ਤਾਂ ਇਹ ਵੀ ਪਰਿਵਾਰ ਦੇ ਵੱਲੋਂ ਪਹੁੰਚ ਕੀਤੀ ਗਈ ਸੰਸਥਾ ਦੇ ਕੋਲ, ਵਰਿੰਦਰ ਪ੍ਰਹਾਰ ਜੀ ਉਹਨਾਂ ਦੇ ਕੋਲ, ਤੇ ਹੁਣ ਇਹ ਪੱਕਾ ਘਰ ਬਣ ਗਿਆ ਔਰ ਇਹਦੀ ਤਿਆਰੀ ਦਾ ਕੰਮ ਚੱਲ ਰਿਹਾ ਹੈ। ਪਰਿਵਾਰ ਦੇ ਨਾਲ ਗੱਲਬਾਤ ਕਰਾਂਗੇ। ਇਹ ਫਿਰ ਕਿਵੇਂ ਜੀ ਆਏ ਸੀਗੇ ਪ੍ਰਹਾਰ ਸਾਹਿਬ ਤੁਹਾਡੇ ਕੋਲ ਇਹ ਪਰਿਵਾਰ? ਵਿਚਾਰੇ ਆਏ ਤਰਲੇ ਲੈਂਦੇ ਆ ਸਾਰੇ ਹੀ ਵੀ ਮੇਰਾ ਪਹਿਲਾਂ ਬਣਾ ਦਿਓ, ਮੇਰਾ ਬਣਾ ਦਿਓ। ਫਿਰ ਇਹਨਾਂ ਦੇ ਬਜ਼ੁਰਗ ਸੀ ਇੱਕ ਕਾਫੀ, ਉਹ ਵੀ ਵਿਚਾਰੇ ਮਾਰ ਮੂਰ ਰਹਿੰਦੇ, ਤੇ ਵੱਡਾ ਪਰਿਵਾਰ ਸੀ, ਅਸੀਂ ਕਿਹਾ ਚਲੋ ਇਹਨਾਂ ਦਾ ਬਣਾ ਦਿੰਦੇ ਆ। ਇਹਨਾਂ ਦੇ ਬਜ਼ੁਰਗ ਸੀਗੇ ਜਿਹੜੇ ਕਹਿੰਦੇ ਮੇਰਾ ਜੀਂਦੇ ਜੀ ਮੇਰਾ ਸੁਪਨਾ ਪੂਰਾ ਕਰ ਦਿਓ? ਨਹੀਂ, ਉਹ ਹੋਰ ਰਹਿ ਗਿਆ। ਹਾਂਜੀ ਹਾਂਜੀ, ਉਹ ਜ਼ਿਆਦਾ ਬਜ਼ੁਰਗ ਸੀ, ਉਹਨਾਂ ਨੇ ਕਿਹਾ ਸੀਗਾ ਵੀ ਮੇਰੇ ਜੀਂਦੇ ਜੀ ਮੇਰਾ ਘਰ ਬਣਾ ਦਿਓ, ਤੇ ਉਹ ਤੁਸੀਂ ਉੱਥੇ ਇੰਟਰਵਿਊ ਲੈ ਸਕਦੇ ਹੋ, ਉਹਨਾਂ ਦੀ ਮੇਰਾ ਖਿਆਲ ਹੋਣੇ ਆ, ਪਰ ਉਹਨਾਂ ਦੇ ਅਸੀਂ ਕਰ ਦਿੱਤਾ ਉਹਨਾਂ ਦਾ ਸੁਪਨਾ ਪੂਰਾ ਸਾਲ ਕੁ ਪਹਿਲਾਂ। ਹਾਂਜੀ, ਤਾਂ ਇਹ ਬੜੀ ਖੂਬਸੂਰਤ ਗੱਲ ਹੈ। ਤਾਂ ਉਧਰ ਰਹਿੰਦੇ ਸੀਗੇ ਪਹਿਲਾਂ, ਪਿੱਛੇ ਜਿਹੜੀ ਕੁੱਲੀ ਜੀ? ਹਾਂਜੀ ਹਾਂਜੀ, ਉੱਧਰ ਰਹਿੰਦੇ ਸੀ ਪਰਲੇ ਪਾਸੇ। ਕਿੰਨੇ ਜੀ ਰਹਿੰਦੇ ਸੀ ਉੱਥੇ? ਅਸੀਂ 7 ਜੀ ਹਾਂ ਜੀ। ਉਹ ਉਸ ਕੁੱਲੀ ਦੇ ਵਿੱਚ? ਹਾਂਜੀ ਹਾਂਜੀ। ਕੀ ਹਾਲਾਤ ਸੀਗੇ ਫਿਰ ਉੱਥੇ? ਹਾਲਾਤ ਆਪਾਂ ਵੀ ਚਲੋ ਦੇਖੇ ਆ, ਪਰ ਜਦੋਂ ਰਹਿੰਦਾ ਬੰਦਾ ਉੱਥੇ, ਉਹ ਫਿਰ ਕੀ ਮਹਿਸੂਸ ਕਰਦੇ ਸੀ ਉੱਥੇ, ਕਿਸ ਤਰੀਕੇ ਦੀਆਂ ਮੁਸ਼ਕਲਾਂ? ਪਤਾ ਹੀ ਹੈ ਮਹਾਰਾਜ ਜੀ, ਵੀ ਤੰਗੀ ਹੋ ਕੇ ਬਸਣਾ ਪੈਂਦਾ ਸੀ। ਮੀਂਹ ਆ ਜਾਵੇ ਉਹਦੇ ਵਿੱਚ ਵੀ ਫਿਰ ਤਰਪੂਲ ਹੈਗੇ ਆ, ਚੋ ਪੈਂਦੇ ਸੀ ਮਕਾਨ ਮਕੂਨ ਤਾਂ ਘਰ-ਬਾਰ, ਤੇ ਫਿਰ ਬੜੀ ਮੁਸ਼ਕਲ ਗੁਜ਼ਾਰਾ ਕਰਦੇ ਸੀ। ਤੇ ਪੰਜ ਕੀ ਨਾਂ ਤੁਹਾਡਾ? ਸ਼ਾਮ। ਕੀ ਬਦਲਾਅ ਆਇਆ ਜ਼ਿੰਦਗੀ ਦੇ ਵਿੱਚ? ਪਹਿਲਾਂ ਤੁਹਾਡੀ ਮੈਂ ਉਧਰ ਰਸੋਈ ਵੀ ਦੇਖ ਕੇ ਆਇਆ, ਮਹਿਲਾਵਾਂ ਨੂੰ ਰਸੋਈ ਦਾ ਬਹੁਤ ਸ਼ੌਂਕ ਹੁੰਦਾ ਹੈ ਨਾ, ਵੀ ਮੇਰਾ ਘਰ ਸੋਹਣਾ ਤੇ ਮੇਰੀ ਰਸੋਈ ਵੀ ਸੋਹਣੀ ਹੋਵੇ। ਹੁਣ ਕੀ ਜ਼ਿੰਦਗੀ 'ਚ ਬਦਲਾਅ ਲੱਗ ਰਿਹਾ ਕੁਝ? ਵਧੀਆ ਹੁਣ ਦਾ ਸਾਨੂੰ, ਵਧੀਆ ਹੁਣ ਦਾ ਆ ਗਿਆ ਬਦਲਾ। ਉਧਰ ਫਿਰ ਜਦੋਂ ਰੋਟੀ ਟੁੱਕ ਤਿਆਰ ਕਰਦੇ ਸੀਗੇ ਤਾਂ ਮੀਂਹ ਆ ਜਾਂਦਾ ਸੀ ਕਦੇ, ਤਾਂ ਚੋਂਦਾ ਸੀਗਾ ਸਾਰੀ? ਚਾਹੁੰਦਾ ਸੀ ਸਾਰੇ ਪਾਣੀ ਵਿੱਚ ਵੜ ਜਾਂਦਾ, ਝੁੱਲੇ ਹੁੱਲੇ ਭਿੱਜ ਜਾਂਦੇ। ਹੁਣ ਖੁਸ਼ ਹੋ? ਹਾਂਜੀ ਖੁਸ਼ ਹਾਂ। ਤਾਂ ਬਿਲਕੁਲ ਇਹ ਖੁਸ਼ੀ ਹੈ ਪਰਿਵਾਰਾਂ ਦੀ, ਖੁਸ਼ੀ ਹੈ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਕਈ ਸਾਲ ਹੋ ਗਏ ਵੋਟਾਂ ਪਾਉਂਦਿਆਂ ਸਰਕਾਰਾਂ ਨੂੰ। ਇੱਕ ਸੁਪਨਾ ਦਿਖਾਇਆ ਜਾਂਦਾ ਹਰ 5 ਸਾਲ ਬਾਅਦ ਇਹਨਾਂ ਨੂੰ, ਵੀ ਤੁਹਾਨੂੰ ਪੱਕੇ ਘਰ ਵੀ ਬਣਾ ਕੇ ਦਿਆਂਗੇ, ਤੁਹਾਨੂੰ ਖਾਣ ਪੀਣ ਦੇ ਲਈ ਸਮਾਨ ਵੀ ਦਿੱਤਾ ਜਾਊਗਾ, ਤੁਹਾਡੀ ਗਰੀਬੀ ਨੂੰ ਦੂਰ ਕੀਤਾ ਜਾਊਗਾ, ਤੁਹਾਡੇ ਘਰਾਂ ਦੇ ਵਿੱਚ ਰੋਜ਼ਗਾਰ ਦਿੱਤਾ ਜਾਊਗਾ। ਪਰ ਗਰਾਊਂਡ ਲੈਵਲ ਦੇ ਉੱਤੇ ਇਹ ਸਹੂਲਤਾਂ ਇਹਨਾਂ ਲੋਕਾਂ ਤੱਕ ਪਹੁੰਚਦੀਆਂ ਜਾਂ ਨਹੀਂ ਪਹੁੰਚਦੀਆਂ, ਉਹ ਤੁਸੀਂ ਅੱਜ ਸਾਫ਼ ਤਸਵੀਰ ਦੇਖੀ ਹੈ। ਔਰ ਜੇ ਇਹ ਸਹੂਲਤਾਂ ਮਿਲ ਰਹੀਆਂ ਨੇ ਤਾਂ ਉਹ ਸਹੂਲਤਾਂ ਫਿਰ ਆਮ ਇਨਸਾਨ ਦੇ ਰਹੇ ਨੇ, ਉਹ ਲੋਕ ਦੇ ਰਹੇ ਨੇ ਜਿਨ੍ਹਾਂ ਨੇ ਇੱਕ ਜ਼ਿੰਦਗੀ ਦੇ ਵਿੱਚ ਟੀਚਾ ਮਿਥ ਲਿਆ ਕਿ ਅਸੀਂ ਸਮਾਜ ਸੇਵਾ ਕਰਨੀ ਹੈ। ਔਰ ਸਮਾਜ ਸੇਵਾ ਇੱਕ ਅਜਿਹੀ ਕਿ ਆਪਣਾ ਸੁਪਨਾ ਤਾਂ ਪੂਰਾ ਕਰ ਹੀ ਰਹੇ ਨੇ, ਔਰ ਇਹਨਾਂ ਲੋਕਾਂ ਦੀਆਂ ਜਿਹੜੀਆਂ ਝੋਲੀਆਂ ਨੇ ਉਹ ਖੁਸ਼ੀਆਂ ਦੇ ਨਾਲ ਵੀ ਭਰ ਰਹੇ ਨੇ, ਤਾਂ ਇੱਕ ਜ਼ਰੀਆ ਬਣੇ ਹੋਏ ਨੇ। ਤਾਂ ਇਸ ਰਿਪੋਰਟ ਨੂੰ ਦਿਖਾਉਣ ਦਾ ਮਕਸਦ ਇੱਕੋ ਹੀ ਸੀਗਾ ਕਿ ਤੁਹਾਨੂੰ ਇੱਕ ਅਜਿਹੀ ਤਸਵੀਰ ਦੇਸ਼ ਦੀ ਦਿਖਾਈਏ ਕਿ ਜਿੱਥੇ ਦੇਸ਼ ਤਰੱਕੀ ਦੀਆਂ ਲੀਹਾਂ ਦੇ ਉੱਤੇ ਸਰਕਾਰਾਂ ਦਾਅਵਾ ਕਰਦੀਆਂ ਨੇ, ਤਾਂ ਉੱਥੇ ਦੀ ਬਹੁਤ ਵੱਡੀ ਸੰਖਿਆ ਦੇ ਵਿੱਚ ਲੋਕ ਅੱਜ ਵੀ ਬਿਨਾਂ ਘਰਾਂ ਤੋਂ, ਬਿਨਾਂ ਛੱਤਾਂ ਤੋਂ ਰਹਿੰਦੇ ਨੇ। ਔਰ ਇਹਨਾਂ ਲੋਕਾਂ ਦੀ ਸਾਰ ਸਰਕਾਰਾਂ ਨਹੀਂ ਲੈਂਦੀਆਂ। ਜੇਕਰ ਸਰਕਾਰ ਕੋਈ ਸਹੂਲਤ ਦਿੰਦੀ ਹੈ ਤਾਂ ਪਹਿਲਾਂ 6-6 ਮਹੀਨੇ ਸਾਲ ਇਹਨਾਂ ਦੇ ਦਫ਼ਤਰਾਂ 'ਚ ਗੇੜਿਆਂ 'ਚ ਲੰਘ ਜਾਂਦੇ ਨੇ, ਪਰ ਫਿਰ ਕੁਝ ਅਜਿਹੇ ਵਰਿੰਦਰ ਪ੍ਰਹਾਰ ਜੀ ਵਰਗੇ ਬਹੁਤ ਸਾਰੇ ਲੋਕ ਨੇ ਸਮਾਜ ਦੇ ਵਿੱਚ ਜਿਹੜੇ ਖੁਸ਼ੀਆਂ ਵੰਡਦੇ ਨੇ ਆਪਣੀਆਂ, ਤਾਂ ਉਹ ਖੁਸ਼ੀਆਂ ਵੰਡ ਰਹੇ ਨੇ, ਲੋਕਾਂ ਨੂੰ ਘਰ ਬਣਾ ਕੇ ਦੇ ਰਹੇ ਨੇ। ਪ੍ਰਹਾਰ ਸਾਹਿਬ, ਆਖਰੀ ਸਵਾਲ ਲਊਂਗਾ, ਕਿੰਨਾ ਕੁ ਟੀਚਾ ਹੋਰ ਹੈਗਾ ਵੀ ਮੈਂ ਇੰਨੇ ਘਰ ਹੋਰ ਬਣਾਉਣੇ ਆ?
ਟੀਚਾ ਤਾਂ 1000 ਤੋਂ ਉੱਪਰ ਹੀ ਹੈਗਾ ਜੀ। ਅੱਛਾ। ਤੇ ਅੱਗੇ ਵਾਹਿਗੁਰੂ ਜਾਣਦਾ ਜਿੰਨੀ ਕਿ ਉਮਰ ਹੈਗੀ ਰਹਿੰਦੀ ਇਹੀ ਕੰਮ ਕਰਨਾ ਆਪਾਂ। ਅਮਰੀਕਾ ਨਹੀਂ ਜਾਣਾ ਫਿਰ? ਨਹੀਂ ਹੁਣ ਨਹੀਂ ਜਾਣਾ, ਇੱਥੇ ਹੀ ਆ ਬਸ। ਹੁਣ ਇਹੀ ਅਮਰੀਕਾ ਹੈ। ਇਹੀ ਅੱਛਾ, NRI ਬੰਦਾ ਆ ਕੇ ਜੋ ਥੋੜੀ ਬਹੁਤੀ ਗੰਦਗੀ ਦੇਖ ਲਵੇ ਨਾ ਤਾਂ ਭੱਜਦਾ ਉਸ ਗੰਦਗੀ ਵਾਲੀ ਜਗ੍ਹਾ ਤੋਂ। ਹੁਣ ਜਿਹੜੇ ਇਹ ਲੋਕ ਸਾਡੇ ਆਪਣੇ ਨੇ, ਇਹ ਜਿੰਨੇ ਵਿਚਾਰੇ ਮੁਸ਼ਕਲਾਂ 'ਚ ਇੱਥੇ ਰਹਿ ਰਹੇ ਨੇ, ਫਿਰ ਕਦੇ ਮਨ 'ਚ ਤਾਂ ਇਹ ਸਵਾਲ ਹੀ ਨਹੀਂ ਉੱਠਿਆ ਹੋਊਗਾ ਇਹਨਾਂ ਲਈ? ਦੇਖੋ ਜ਼ਿੰਦਗੀ ਦੀ ਅਸਲੀਅਤ ਨੂੰ ਫੇਸ ਕਰਨਾ ਚਾਹੀਦਾ। ਗੰਦਗੀ ਹੈ ਤੇ ਉਹਨੂੰ ਦੂਰ ਕਰਨਾ ਵੀ ਸਾਡਾ ਹੀ ਫਰਜ਼ ਹੈਗਾ ਨਾ। ਤੇ ਜਿਹੜੇ ਵਿਦੇਸ਼ ਦੇਸ਼ ਹਨ ਉਹ ਵੈਸਟਰਨ ਕੰਟਰੀਜ਼, ਉਹ ਸਾਫ ਸੁਥਰੇ ਹਨ, ਉੱਥੇ ਕੋਈ ਸਹੂਲਤ ਦੀ ਲੋੜ ਨਹੀਂ, ਸਾਰਾ ਕੁਝ ਸਰਕਾਰਾਂ ਪ੍ਰੋਵਾਈਡ ਕਰਦੀ ਹੈ। ਤੇ ਕੰਮ ਦਾ ਮਜ਼ਾ ਤਾਂ ਇੱਥੇ ਹੀ ਹੈਗਾ ਨਾ। ਜਿੱਥੇ ਲੋੜ ਹੈ ਉੱਥੇ ਹੀ ਹੈਲਪ ਕਰਨੀ ਚਾਹੀਦੀ ਹੈ, ਜਿੱਥੇ ਲੋੜ ਹੀ ਨਹੀਂ ਉੱਥੇ ਕਾਹਦੀ ਹੈਲਪ ਹੈ। ਬਿਲਕੁਲ। ਡਾਕਟਰ ਸਾਹਿਬ, ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਔਰ ਬਹੁਤ ਬਹੁਤ ਮੁਬਾਰਕਬਾਦ ਵੀ ਹੈ ਤੁਹਾਨੂੰ ਔਰ ਸਲਾਮ ਹੈ ਤੁਹਾਡੇ ਇਸ ਕੰਮ ਨੂੰ, ਤੁਹਾਡੀ ਉਸ ਪੂਰੀ ਟੀਮ ਨੂੰ ਜਿਹੜਾ ਹਿੱਸਾ ਬਣਦੇ ਨੇ, ਜਿਹੜੇ ਤੁਹਾਡੇ ਨਾਲ ਖੜਦੇ ਨੇ ਆ ਕੇ ਔਰ ਇਹਨਾਂ ਲੋਕਾਂ ਦੇ ਸੁਪਨਾ ਪੂਰਾ ਕਰਦੇ ਨੇ। ਤਾਂ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ। ਅਸੀਂ ਤਾਂ ਸਿੰਪਲ ਲਾਈਫ ਜਿਉਂਦੇ ਆ। ਦੇਖੋ ਤੁਹਾਡੇ ਸਾਹਮਣੇ ਅਖਬਾਰ ਤੇ ਪਕੌੜੇ ਰੱਖ ਕੇ ਖਾ ਰਹੇ ਹੈਗੇ, ਕੋਈ ਫਰਕ ਨਹੀਂ ਗਾ ਇੱਥੇ। ਬਿਲਕੁਲ। ਨਹੀਂ ਤਾਂ ਬਾਹਰ ਵਾਲੇ ਵੀ ਕਹਿੰਦੇ ਆ ਵੀ ਕਿਤੇ ਤੇਲ ਵੱਧ ਕੱਟਣਾ, ਕਿਤੇ ਤੇਲ ਨਾ ਹੋ ਜਾਏ, ਜਰਮ ਨਾ ਹੋ ਜਿਹੜਾ, ਉੱਥੇ ਕੋਈ ਫਰਕ ਨਹੀਂ ਪੈਂਦਾ ਸਾਨੂੰ। ਅਸੀਂ ਇਹਨਾਂ ਦੇ ਵਿੱਚ ਯੂਜ਼ਡ ਹੋ ਗਏ ਆ, ਝੁੱਗੀਆਂ ਝੌਪੜੀਆਂ ਦੇ ਵਿੱਚ ਸੇਵਾ ਕਰਨ ਦੀ, ਜੋ ਕੰਮ ਕਰਨ ਦੀ। ਤੇ ਇਹ ਆਪਣੇ ਲੋਕ ਹੈ, ਇਹ ਇਨਸਾਨ ਹੈਗੇ ਆ ਜੀ। ਹਾਂਜੀ। ਤਾਂ ਇਹ ਸਨ ਵਰਿੰਦਰ ਪ੍ਰਹਾਰ ਜੀ, ਜਿਨ੍ਹਾਂ ਦੇ ਵੱਲੋਂ ਇੱਕ ਜ਼ਿੰਦਗੀ ਦਾ ਟੀਚਾ ਮਿਥਿਆ ਹੈ ਕਿ 1001 ਘਰ ਬਣਾ ਕੇ ਦੇਣਾ ਹੈ। ਉਹਨਾਂ ਲੋਕਾਂ ਨੂੰ ਘਰ ਬਣਾ ਕੇ ਦੇਣਾ ਜਿਹੜੇ ਬੇਹੱਦ ਗੁਰਬਤ ਦੇ ਵਿੱਚ ਘਿਰੇ ਹੋਏ ਨੇ, ਬੇਹੱਦ ਮੁਸੀਬਤਾਂ ਦੇ ਵਿੱਚ ਘਿਰੇ ਹੋਏ ਨੇ। ਤਾਂ ਇਹ ਰਿਪੋਰਟ ਤੁਹਾਨੂੰ ਪਿੰਡ ਅੱਜੋਵਾਲ ਹੁਸ਼ਿਆਰਪੁਰ ਦੀ ਦਿਖਾਈ ਹੈ, ਜਿੱਥੇ ਇੱਕ ਨੇਕ ਕੰਮ ਕੀਤਾ ਜਾ ਰਿਹਾ, ਉਹ ਕੰਮ ਕੀਤਾ ਜਾ ਰਿਹਾ ਜਿਹੜੀਆਂ ਅੱਜ ਤੱਕ ਸਰਕਾਰਾਂ ਨਹੀਂ ਕਰ ਪਾਈਆਂ। ਔਰ ਟੀਚਾ ਵੀ ਉਹ ਮਿਥਿਆ ਹੈ ਜਿਹੜੀਆਂ ਸਰਕਾਰਾਂ ਇੱਕ ਪਾਸੇ ਲਾਰਾ ਲਾਉਂਦੀਆਂ ਨੇ ਤਾਂ ਦੂਸਰੇ ਪਾਸੇ ਟੀਚਾ ਮਿੱਥ ਕੇ ਉਸ ਟੀਚੇ ਨੂੰ ਅਮਲੀ ਜਾਮਾ ਵੀ ਬਣਾਇਆ ਜਾ ਰਿਹਾ। ਫਿਲਹਾਲ ਕੈਮਰਾਮੈਨ ਵਰਿੰਦਰ ਮਹਿਰਾ ਦੇ ਨਾਲ ਸੁਖਵਿੰਦਰ ਸਿੰਘ, ਹਮਦਰਦ TV, ਪਿੰਡ ਅੱਜੋਵਾਲ।